ਇੰਜੀਨੀਅਰਿੰਗ ਮੈਥਮੈਟਿਕਸ 1 ਦੇ ਲੈਕਚਰਾਂ ਵਿੱਚ ਤੁਹਾਡਾ ਸਵਾਗਤ ਹੈ ਅਤੇ ਇਹ ਲੈਕਚਰ ਨੰਬਰ 21 ਹੈ। ਅਤੇ ਅੱਜ ਅਸੀਂ ਇੰਟੀਗਰਲ ਕੈਲਕੂਲਸ ਅਤੇ ਖਾਸ ਕਰਕੇ ਇੰਪਰੋਪਰ ਇੰਟੀਗਰਲਸ ਬਾਰੇ ਗੱਲ ਕਰਾਂਗੇ। ਇਸ ਲਈ ਅਸੀਂ ਪਹਿਲਾਂ ਪ੍ਰੋਪਰ ਇੰਟੀਗਰਲਸ ਪੇਸ਼ ਕਰਾਂਗੇ ਅਤੇ ਫਿਰ ਅਜਿਹੇ ਇੰਟੀਗਰਲਸ ਦਾ ਮੁਲਾਂਕਣ ਕਿਵੇਂ ਕਰੀਏ, ਇਹ ਅੱਜ ਦੇ ਲੈਕਚਰ ਦਾ ਟੌਪਿਕ ਹੋਵੇਗਾ। ਇਸ ਲਈ ਇੱਥੇ ਪ੍ਰੋਪਰ ਇੰਟੀਗਰਲਸ ਹਨ ਜਿਨ੍ਹਾਂ ਦਾ ਅਸੀਂ ਆਮ ਤੌਰ ਤੇ ਅਧਿਐਨ ਕਰਦੇ ਤਾਂ ਜੋ ਉਹ ਇੰਟੀਗਰਲਸ ਇਸ ਉਦਾਹਰਣ ਵਜੋਂ ਇੰਟੀਗਰਲ a ਤੋਂ b f(x) dx ਪ੍ਰੋਪਰ ਹੈ। ਜੇ ਇੱਥੇ ਇਸ ਇੰਟੀਗਰਲ ਦੀ a ਤੋਂ b ਦੀ ਰੇਂਜ ਫਾਈਨਾਈਟ ਹੈ ਅਤੇ ਇੰਟੀਗਰੈਂਡ ਤਾਂ f(x) ਇੱਥੇ ਇੰਟੀਗਰੈਂਡ ਹੈ ਅਤੇ ਜੋ ਕਿ ਇਸ ਰੇਂਜ a ਤੋਂ b ਵਿੱਚ x ਲਈ ਬਾਉਂਡਡ ਹੈ। ਇਸ ਲਈ ਜੇ a f(x) ਬਾਉਂਡਡ ਹੈ ਅਤੇ a ਅਤੇ b ਦੋਵੇਂ ਫਾਈਨਾਈਟ ਹਨ ਤਾਂ ਇੰਟੀਗਰਲ ਦੀ ਰੇਂਜ ਫਾਈਨਾਈਟ ਹੈ। ਉਸ ਕੇਸ ਵਿੱਚ ਅਸੀਂ ਕਹਿੰਦੇ ਹਾਂ ਕਿ ਇਹ ਇੰਟੀਗਰਲ ਪ੍ਰੋਪਰ ਹੈ। ਪਰ ਹੁਣ ਅਸੀਂ ਅੱਜ ਵਿਚਾਰ ਕਰਾਂਗੇ ਕਿ ਇੰਪਰੋਪਰ ਇੰਟੀਗਰਲਸ ਕੀ ਹਨ। ਇਸ ਲਈ ਇੰਪਰੋਪਰ ਇੰਟੀਗਰਲ 0 ਤੋਂ b a ਤੋਂ b f(x) dx ਪ੍ਰੋਪਰ ਹੈ ਜੇ ਇਹ ਉਦਾਹਰਣ ਲਈ -ਇਨਫਿਨਿਟੀ ਹੈ ਅਤੇ ਜਾਂ b +ਇਨਫਿਨਿਟੀ ਹੈ ਤਾਂ ਉਹਨਾਂ ਵਿੱਚੋਂ ਇੱਕ ਅਸਲ ਵਿੱਚ ਇਨਫਿਨਿਟੀ ਹੈ ਜਾਂ ਤਾਂ a -ਇਨਫਿਨਿਟੀ ਹੈ ਜਾਂ b +ਇਨਫਿਨਿਟੀ ਹੈ ਜਾਂ ਦੋਵੇਂ a ਇਨਫਿਨਿਟੀ ਹਨ ਅਤੇ b ਇਨਫਿਨਿਟੀ ਹੈ ਅਤੇ ਇਹ f(x) ਇੱਥੇ ਇੰਟੀਗਰੈਂਡ x ਤੋਂ b ਦੀ ਰੇਂਜ ਦੇ ਕਿਸੇ ਪੁਆਇੰਟ ਤੇ ਅਨਬਾਉਂਡਡ ਹੈ। ਉਸ ਕੇਸ ਵਿੱਚ ਅਸੀਂ ਇਸ ਨੂੰ ਇੰਪਰੋਪਰ ਇੰਟੀਗਰਲ ਆਫ ਫਸਟ ਕਾਈਂਡ ਕਹਿੰਦੇ ਹਾਂ। ਦੂਜਾ ਇਹ f(x) ਇਸ ਰੇਂਜ a ਤੋਂ b ਵਿੱਚ ਇੱਕ ਜਾਂ ਵਧੇਰੇ ਪੁਆਇੰਟ ਤੇ ਅਨਬਾਉਂਡਡ ਹੈ। ਫਿਰ ਅਸੀਂ ਇੰਪਰੋਪਰ ਇੰਟੀਗਰਲ ਆਫ ਸੈਕੰਡ ਕਾਈਂਡ ਕਹਿੰਦੇ ਹਾਂ। ਇਸ ਲਈ ਪਹਿਲੀ ਕਿਸਮ ਵਿੱਚ ਲਿਮਿਟਸ ਜਾਂ ਤਾਂ a ਜਾਂ b ਇਨਫਿਨਿਟੀ ਹਨ ਜਾਂ ਦੋਵੇਂ ਇਨਫਿਨਿਟੀ -ਇਨਫਿਨਿਟੀ ਤੋਂ +ਇਨਫਿਨਿਟੀ ਹਨ। ਪਰ ਇੱਥੇ f(x) ਪਹਿਲੀ ਕਿਸਮ ਦੇ ਇੰਟੀਗਰਲ ਵਿੱਚ ਬਾਉਂਡਡ ਹੈ ਜਦੋਂ ਕਿ ਦੂਜੀ ਕਿਸਮ ਦੇ ਇੰਟੀਗਰਲ ਵਿੱਚ ਅਸੀਂ ਮੰਨਦੇ ਹਾਂ ਕਿ ਇਹ f(x) ਇਸ a ਅਤੇ b ਦੇ ਵਿਚਕਾਰ ਬਾਉਂਡਡ ਹੈ ਅਤੇ ਇਹ ਲਿਮਿਟਸ ਇੱਥੇ ਇੰਟੀਗਰਲ ਦੀ ਰੇਂਜ ਇਸ a ਤੋਂ b ਤੱਕ ਫਾਈਨਾਈਟ ਹੈ। ਸੈਕੰਡ ਕਾਈਂਡ ਜਾਂ ਥਰਡ ਕਾਈਂਡ ਦਾ ਇੰਪਰੋਪਰ ਇੰਟੀਗਰਲ ਉਦੋਂ ਹੁੰਦਾ ਹੈ ਜਦੋਂ ਅਸੀਂ ਇਹਨਾਂ ਦੋ ਟਾਈਪਸ ਦੇ ਇੰਟੀਗਰਲ ਨੂੰ ਮਿਕਸ ਕਰਦੇ ਹਾਂ। ਇਸ ਲਈ ਇੱਥੇ ਰੇਂਜ ਦੀ ਇੱਕ ਰੇਂਜ ਜਾਂ ਤਾਂ a ਜਾਂ a b ਇਨਫਿਨਿਟੀ ਹੈ ਜਾਂ ਦੋਵੇਂ ਇਨਫਿਨਿਟੀ ਦੇ ਨਾਲ ਹਨ। ਇੱਥੇ f(x) ਇੰਟੀਗਰੈਂਡ ਵੀ ਇਸ x ਦੀ ਰੇਂਜ ਦੇ ਅੰਦਰ ਕਿਸੇ ਪੁਆਇੰਟ ਤੇ ਅਨਬਾਉਂਡਡ ਹੈ। ਫਿਰ ਅਸੀਂ ਕਹਿੰਦੇ ਹਾਂ ਕਿ ਇਹ ਥਰਡ ਕਾਈਂਡ ਦਾ ਇੰਪਰੋਪਰ ਇੰਟੀਗਰਲ ਹੈ। ਇਸ ਲਈ ਪ੍ਰੋਪਰ ਇੰਟੀਗਰਲ ਦਾ ਉਦਾਹਰਣ ਤਾਂ ਫਿਰ ਉਦਾਹਰਣ ਦੇ ਲਈ ਸਾਡੇ ਕੋਲ ਇੱਥੇ 0 ਤੋਂ 2 ਅਤੇ ਸਕੁਏਅਰ ਰੂਟ x ਸਕੁਏਅਰ +1 dx ਹੈ। ਇਸ ਲਈ ਇੱਥੇ ਇੰਟੀਗਰੈਂਡ ਹੈ ਅਤੇ ਜੋ ਕਿ ਸਕੁਏਅਰ ਰੂਟ x ਸਕੁਏਅਰ +1 ਫਾਈਨਾਈਟ ਹੈ ਜਾਂ ਬਾਉਂਡਡ ਹੈ ਇਸ x ਦੀ ਰੇਂਜ ਵਿੱਚ 0 ਤੋਂ 2 ਅਤੇ ਨਾਲ ਹੀ 0 ਦੀ ਰੇਂਜ ਅਤੇ 2 ਵੀ ਫਾਈਨਾਈਟ ਹੈ। ਇਸ ਲਈ ਅਸੀਂ ਇੱਥੇ ਇਨਫਿਨਿਟੀ ਨਹੀਂ ਵੇਖਦੇ ਅਤੇ ਨਾਲ ਇਹ f(x) ਇੰਟੀਗਰੈਂਡ ਵੀ ਬਾਉਂਡਡ ਹੈ। ਇਸ ਲਈ ਇਸ ਕੇਸ ਵਿੱਚ ਅਸੀਂ ਅਜਿਹੇ ਇੰਟੀਗਰਲ ਨੂੰ ਪ੍ਰੋਪਰ ਇੰਟੀਗਰਲ ਕਹਿੰਦੇ ਹਾਂ। ਜਾਂ ਉਦਾਹਰਣ ਵਜੋਂ ਸਾਡੇ ਕੋਲ 0 ਤੋਂ 1 sin x/x dx ਹੈ ਤਾਂ ਫਿਰ ਇਸ ਕੇਸ ਵਿੱਚ ਕੋਈ ਇੱਕ ਸੋਚ ਸਕਦਾ ਹੈ ਕਿ ਇੱਥੇ x ਡਿਨੋਮੀਨੇਟਰ ਵਿੱਚ ਹੈ ਅਤੇ ਇਸ x ਦੀ ਰੇਂਜ 0 ਤੋਂ ਇਨਫਿਨਿਟੀ ਤੱਕ ਹੈ। ਫਿਰ ਇੰਟੀਗਰੈਂਡ ਅਤੇ ਅਨਬਾਉਂਡਡ ਹੋ ਸਕਦੀ ਹੈ। ਪਰ ਇਹ ਅਜਿਹਾ ਕੇਸ ਨਹੀਂ ਹੈ ਜੇ ਅਸੀਂ ਇੱਥੇ ਲਿਮਿਟ ਕੰਸੀਡਰ ਕਰਦੇ ਹਾਂ। ਫਿਰ ਲਿਮਿਟ ਜਿਵੇਂ ਕਿ x goes to 0 ਅਤੇ ਇਹ sin x/x। ਇਸ ਲਈ ਇਹ ਲਿਮਿਟ ਫਾਈਨਾਈਟ ਹੈ। ਲਿਮਿਟ ਉਹ ਹੈ ਜਿਸ ਬਾਰੇ ਅਸੀਂ ਜਾਣਦੇ ਹਾਂ ਕਿ ਇਹ ਲਿਮਿਟ 1 ਹੈ। ਇਸ ਲਈ ਇੱਥੇ ਇਸ ਇੰਟੀਗਰੈਂਡ ਦੀ ਲਿਮਿਟਿੰਗ ਵੈਲਿਊ ਹੈ ਅਤੇ ਜਿਵੇਂ ਕਿ ਇਹ x goes to 0 ਫਾਈਨਾਈਟ ਹੈ ਉਸ ਕੇਸ ਵਿੱਚ ਵੀ ਅਸੀਂ ਇਸ ਇੰਟੀਗਰਲ ਨੂੰ ਪ੍ਰੋਪਰ ਇੰਟੀਗਰਲ ਕਹਾਂਗੇ ਕਿਉਂਕਿ ਇਹ ਇਸ ਤੋਂ ਇੱਕ ਰੇਂਜ ਦੇ ਕਿਸੇ ਵੀ ਪੁਆਇੰਟ ਤੇ ਅਨਬਾਉਂਡਡ ਨਹੀਂ ਹੈ ਅਤੇ ਲਿਮਿਟਸ ਵੀ ਫਾਈਨਾਈਟ ਹਨ। ਰੇਂਜ ਫਾਈਨਾਈਟ ਹੈ ਇਸ ਲਈ ਇਹ ਇੰਟੀਗਰਲ ਵੀ ਪ੍ਰੋਪਰ ਇੰਟੀਗਰਲ ਹੈ। ਇੰਪਰੋਪਰ ਇੰਟੀਗਰਲਸ ਦੀ ਗੱਲ ਕਰੀਏ ਤਾਂ ਇਸ ਲਈ ਇੱਥੇ ਸਾਡੇ ਕੋਲ ਉਦਾਹਰਣ ਲਈ 0 ਤੋਂ ਇਨਫਿਨਿਟੀ cos x dx ਹੈ। ਇਸ ਲਈ ਇਹ ਇੱਕ ਕਾਈਂਡ ਜਾਂ ਫਸਟ ਕਾਈਂਡ ਦਾ ਇੰਪਰੋਪਰ ਇੰਟੀਗਰਲ ਹੈ ਕਿਉਂਕਿ ਇੱਥੇ ਲਿਮਿਟ ਵਿੱਚ ਅਸੀਂ ਇਨਫਿਨਿਟੀ ਵੇਖਦੇ ਹਾਂ ਪਰ ਕਿਸੇ ਵੀ ਪੁਆਇੰਟ ਤੇ ਇੰਟੀਗਰੈਂਡ ਬਾਉਂਡਡ ਹੁੰਦਾ ਹੈ। ਇਸ ਲਈ ਇਹ ਫਸਟ ਕਾਈਂਡ ਦਾ ਇੰਟੀਗਰਲ ਹੁੰਦਾ ਹੈ। ਦੂਜਾ 0 ਤੋਂ 1/1 x - 1 dx ਤਾਂ ਇਸ ਕੇਸ ਵਿੱਚ
ਰੇਂਜ ਫਾਈਨਾਈਟ ਹੈ ਪਰ ਜਿਵੇਂ-ਜਿਵੇਂ x 1 ਦੇ ਨੇੜੇ ਪਹੁੰਚਦਾ ਹੈ ਇੰਟੀਗਰੈਂਡ ਹੁੰਦਾ ਹੈ। ਇਹ ਅਨਬਾਊਂਡਡ ਹੁੰਦਾ ਜਾ ਰਿਹਾ ਹੈ ਇਸ ਲਈ ਇਸ ਕੇਸ ਵਿੱਚ ਇੰਟੀਗਰੈਂਡ ਅਨਬਾਊਂਡਡ ਹੁੰਦਾ ਜਾ ਰਿਹਾ ਹੈ ਜਿਵੇਂ ਕਿ x ਇਸ ਉੱਪਰਲੀ ਲਿਮਿਟ a ਦੇ ਨੇੜੇ ਆ ਰਿਹਾ ਹੈ ਅਤੇ ਫਿਰ ਇਹ ਇੱਕ ਸੈਕਿੰਡ ਕਾਈਂਡ ਦਾ ਇੰਪ੍ਰੋਪਰ ਇੰਟੀਗਰਲ ਹੈ। ਇਹ ਇੱਥੇ ਥਰਡ ਕਾਈਂਡ ਜਾਂ ਮਿਕਸਡ ਕਾਈਂਡ ਦਾ ਇੰਟੀਗਰਲ ਹੈ ਕਿਉਂਕਿ ਲਿਮਿਟ ਵੀ ਅਨਬਾਊਂਡਡ ਹੈ ਇਸ ਲਈ ਇੱਥੇ ਸਾਡੇ ਕੋਲ ਉੱਪਰਲੀ ਰੇਂਜ ਵਿੱਚ ਇਨਫਿਨਿਟੀ ਹੈ ਅਤੇ ਫਿਰ ਇਹ ਇੰਟੀਗਰੈਂਡ ਜੋ ਕਿ 1 ਬਟਾ ਮਾਈਨਸ x ਸਕੁਏਅਰ ਹੋਲ ਇਜ ਸਕੁਏਅਰ ਵੀ ਇਨਫਿਨਿਟੀ ਵੱਲ ਜਾ ਰਿਹਾ ਹੈ। ਜਿਵੇਂ ਕਿ x 1 ਦੇ ਨੇੜੇ ਆ ਰਿਹਾ ਹੈ ਅਤੇ ਇੱਕ ਇੰਟੀਗਰਲ ਦੀ ਰੇਂਜ ਵਿੱਚ ਹੈ ਇਸ ਲਈ ਇਸ ਕੇਸ ਵਿੱਚ ਇੰਟੀਗਰੈਂਡ ਵੀ ਇਨਫਿਨਿਟੀ ਹੋ ਰਿਹਾ ਹੈ ਅਤੇ ਰੇਂਜ ਵੀ ਫਾਈਨਾਈਟ ਨਹੀਂ ਹੈ ਇਸ ਲਈ ਇਹ ਇੰਪ੍ਰੋਪਰ ਇੰਟੀਗਰਲ ਆਫ ਥਰਡ ਕਾਈਂਡ ਦਾ ਇੰਟੀਗਰਲ ਹੈ। ਇਸ ਲਈ ਪਹਿਲਾਂ ਇਸ ਤਰ੍ਹਾਂ ਦੇ ਇੰਪ੍ਰੋਪਰ ਇੰਟੀਗਰਲਸ ਦਾ ਮੁਲਾਂਕਣ ਕਿਵੇਂ ਕਰੀਏ ਅਸੀਂ ਫਸਟ ਕਾਈਂਡ ਲਈ ਚਰਚਾ ਕਰਾਂਗੇ। ਇਸ ਲਈ ਉਦਾਹਰਣ ਵਜੋਂ ਸਾਡੇ ਕੋਲ a ਤੋਂ b f(x) dx ਹੈ ਅਤੇ ਮੰਨ ਲਓ ਕਿ ਇਹ b ਇਨਫਿਨਿਟੀ ਤੱਕ ਜਾ ਰਿਹਾ ਹੈ ਇਸ ਲਈ ਇਹ ਫਸਟ ਕਾਈਂਡ ਦਾ ਇੰਟੀਗਰਲ ਹੈ ਅਤੇ ਅਸੀਂ ਇੱਥੇ ਮੰਨਦੇ ਹਾਂ ਕਿ b ਇੱਥੇ ਇਨਫਿਨਿਟੀ ਦੇ ਨੇੜੇ ਆ ਰਿਹਾ ਹੈ। ਇਸ ਲਈ ਇਸ ਕੇਸ ਵਿੱਚ ਜਿਸ ਬਾਰੇ ਅਸੀਂ ਕੰਸੀਡਰ ਕਰਾਂਗੇ ਅਸੀਂ ਇੰਟੀਗਰਲ a ਤੋਂ r ਤੇ ਕੰਸੀਡਰ ਕਰਾਂਗੇ ਇਸ ਲਈ ਇਹ b ਜਿਹੜਾ ਇਨਫਿਨਿਟੀ ਹੈ ਅਸੀਂ ਇਸ r ਨਾਲ ਬਦਲ ਦਿੱਤਾ ਹੈ ਅਤੇ ਫਿਰ ਅਸੀਂ ਇਸ r ਨੂੰ ਇਨਫਿਨਿਟੀ ਤੱਕ ਲੈ ਜਾ ਰਹੇ ਹਾਂ ਇਸ ਲਈ ਇੱਥੇ ਇਸ ਕੇਸ ਵਿੱਚ ਸਾਡੇ ਕੋਲ a ਇਨਫਿਨਿਟੀ ਹੈ। ਇਸ ਲਈ ਇਹ ਫਸਟ ਕਾਈਂਡ ਦਾ ਇੰਟੀਗਰਲ ਹੈ ਅਤੇ ਇਸ ਦਾ ਮੁਲਾਂਕਣ ਕਰਨ ਲਈ ਅਸੀਂ ਕੀ ਕਰਾਂਗੇ ਅਸੀਂ ਇਸ ਇਨਫਿਨਿਟੀ ਨੂੰ ਇਸ ਨੰਬਰ ਦੁਆਰਾ ਅਤੇ ਫਿਰ ਬਾਅਦ ਵਿੱਚ ਇੱਥੇ ਇਸ ਇੰਟੀਗਰਲ ਦਾ ਮੁਲਾਂਕਣ ਕਰਨ ਤੋਂ ਬਾਅਦ ਬਦਲ ਦੇਵਾਂਗੇ a ਤੋਂ r f(x) dx ਅਤੇ ਫਿਰ ਅਸੀਂ ਇਸ ਲਿਮਿਟ ਨੂੰ ਲੈ ਲਵਾਂਗੇ ਅਤੇ ਜੇ ਇਹ ਲਿਮਿਟ ਐਗਜ਼ਿਸਟ ਕਰਦੀ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਇਹ ਇਸ ਇੰਟੀਗਰਲ ਦੀ ਵੈਲਿਊ ਹੈ ਜਾਂ ਇੰਟੀਗਰਲ ਕਨਵਰਜ ਹੁੰਦਾ ਹੈ ਅਤੇ ਜੇ ਲਿਮਿਟ ਐਗਜ਼ਿਸਟ ਨਹੀਂ ਕਰਦੀ ਹੈ ਤਾਂ ਅਸੀਂ ਉਸ ਲਿਮਿਟ ਨੂੰ ਕਹਿੰਦੇ ਹਾਂ ਕਿ ਇੰਟੀਗਰਲ ਐਗਜ਼ਿਸਟ ਨਹੀਂ ਕਰਦੀ ਹੈ ਜਾਂ ਇੰਟੀਗਰਲ ਡਾਇਵਰਜ ਹੁੰਦਾ ਹੈ। ਖੈਰ ਹੁਣ ਇਸ ਕੇਸ ਵਿੱਚ ਸਾਡੇ ਕੋਲ ਇਹ ਸਥਿਤੀ ਹੋ ਸਕਦੀ ਹੈ ਕਿ ਇੱਥੇ ਪਹਿਲਾਂ ਦੇ ਇੰਟੀਗਰਲ ਦੀ ਬਜਾਏ a b ਇਨਫਿਨਿਟੀ ਸੀ ਅਤੇ ਹੁਣ ਅਸੀਂ ਕੰਸੀਡਰ ਕੀਤਾ ਹੈ ਕਿ a ਹੇਠਲੀ ਰੇਂਜ ਮਾਈਨਸ ਇਨਫਿਨਿਟੀ ਹੈ ਇਸ ਲਈ ਦੁਬਾਰਾ ਸਾਡੇ ਕੋਲ ਇੰਪ੍ਰੋਪਰ ਇੰਟੀਗਰਲ ਆਫ ਫਸਟ ਕਾਈਂਡ ਹੈ ਇਸ ਲਈ ਇਸ ਕੇਸ ਵਿੱਚ ਅਸੀਂ ਇੱਥੇ ਉਸੀ ਆਈਡੀਆ ਦੀ ਵਰਤੋਂ ਕਰਾਂਗੇ ਜਿਸ ਲਿਮਿਟ ਨੂੰ ਅਸੀਂ r ਬਟਾ ਇਨਫਿਨਿਟੀ ਤੱਕ ਲੈ ਜਾਵਾਂਗੇ ਅਤੇ ਇਸ ਇਨਫਿਨਿਟੀ ਨੂੰ ਮਾਈਨਸ r ਦੁਆਰਾ ਬਦਲ ਦਿੱਤਾ ਜਾਵੇਗਾ ਇਸ ਲਈ ਹੁਣ ਅਸੀਂ ਇਸ ਇੰਟੀਗਰਲ ਦਾ ਮੁਲਾਂਕਣ ਮਾਈਨਸ r ਤੋਂ b ਤੱਕ ਕਰਾਂਗੇ f(x) dx ਅਤੇ ਫਿਰ ਅਸੀਂ ਇਸ ਇੰਟੀਗਰਲ ਦੇ ਮੁਲਾਂਕਣ ਤੋਂ ਬਾਅਦ r ਟੈਂਡਿੰਗ ਤੋਂ ਇਨਫਿਨਿਟੀ ਵੱਲ ਲਿਜਾਣ ਦੀ ਲਿਮਿਟ ਵਿੱਚ ਲਵਾਂਗੇ। ਇਸ ਲਈ ਜੇ ਸਾਡੇ ਕੋਲ ਇਹ ਫਸਟ ਕਾਈਂਡ ਦਾ ਇੰਟੀਗਰਲ ਹੈ ਪਰ ਸਾਡੇ ਕੋਲ ਇੱਥੇ ਇਹ ਮਾਈਨਸ ਇਨਫਿਨਿਟੀ ਅਤੇ ਪਲਸ ਇਨਫਿਨਿਟੀ ਦੋਨੋਂ ਲਿਮਿਟਸ ਹੈ ਤਾਂ ਫਿਰ ਇਸ ਕੇਸ ਵਿੱਚ ਅਸੀਂ ਕੀ ਕਰਾਂਗੇ ਅਸੀਂ ਇਸ ਇੰਟੀਗਰਲ ਨੂੰ ਦੋ ਪਾਰਟਸ ਇਨਟੂ ਵੰਡ ਦੇਵਾਂਗੇ ਇਸ ਲਈ ਇੱਕ ਅਸੀਂ ਇਸ ਲਿਮਿਟ r1 ਤੋਂ ਇਨਫਿਨਿਟੀ ਵਿੱਚ ਲੈ ਜਾਵਾਂਗੇ ਇਸ ਲਈ ਇੱਥੇ ਅਸੀਂ ਇਸ ਇਨਫਿਨਿਟੀ ਲਈ a ਮਾਈਨਸ r1 ਲਿਆ ਹੈ ਜਿਸ ਦੇ ਬਦਲੇ ਅਸੀਂ r1 ਲਿਆ ਹੈ ਅਤੇ ਇਸ r2 ਲਈ ਅਸੀਂ ਇਸ ਨੂੰ ਇਸ ਦੁਆਰਾ ਬਦਲਿਆ ਹੈ ਇਸ ਪਲਸ ਇਨਫਿਨਿਟੀ ਦੁਆਰਾ ਬਦਲਿਆ ਹੈ ਅਤੇ ਅਸੀਂ ਇਸ r1 ਨੂੰ ਇਨਫਿਨਿਟੀ ਅਤੇ r2 ਨੂੰ ਇਨਫਿਨਿਟੀ ਵਿੱਚ ਲਿਆ ਹੈ ਇਸ ਲਈ ਦੁਬਾਰਾ ਸਾਡੇ ਕੋਲ ਇਹ ਇੰਟੀਗਰਲ ਹੈ ਮਾਈਨਸ ਇਨਫਿਨਿਟੀ ਤੋਂ ਪਲਸ ਇਨਫਿਨਿਟੀ ਅਤੇ ਜੇ ਇਹ ਲਿਮਿਟਸ ਰਾਈਟ ਹੈਂਡ ਸਾਈਡ ਹਨ ਤਾਂ ਇਹ ਐਗਜ਼ਿਸਟ ਕਰਦੀਆਂ ਹਨ ਫਿਰ ਅਸੀਂ ਕਹਿੰਦੇ ਹਾਂ ਕਿ ਇਹ ਲਿਮਿਟ ਕਨਵਰਜੈਂਟ ਹੈ ਜਾਂ ਇਹ ਇੰਟੀਗਰਲ ਕਨਵਰਜੈਂਟ ਹੈ ਨਹੀਂ ਤਾਂ ਇਹ ਡਾਇਵਰਜੈਂਟ ਇੰਟੀਗਰਲ ਹੈ ਜਾਂ ਇੰਟੀਗਰਲ ਐਗਜ਼ਿਸਟ ਨਹੀਂ ਕਰਦੀ ਹੈ ਜਾਂ ਅਸੀਂ ਇਹਨਾਂ ਦੋਵਾਂ ਨੂੰ ਜੋੜ ਸਕਦੇ ਹਾਂ ਜਿਵੇਂ ਕਿ ਲਿਮਿਟ r1 ਤੋਂ ਇਨਫਿਨਿਟੀ r2 ਤੋਂ ਇਨਫਿਨਿਟੀ ਲਈ ਅਤੇ ਅਸੀਂ ਮਾਈਨਸ r1 ਤੋਂ f(x) dx ਉਹੀ ਹੈ। ਹੁਣ ਅਸੀਂ ਕਰਾਂਗੇ ਕਿ ਫਸਟ ਕਾਈਂਡ ਦੇ ਇੰਪ੍ਰੋਪਰ ਇੰਟੀਗਰਲਸ ਦਾ ਮੁਲਾਂਕਣ ਕਿਵੇਂ ਕਰੀਏ। ਇਸ ਦਾ ਉਦਾਹਰਣ ਇਹ ਰਿਹਾ ਕਿ ਸਾਡੇ ਕੋਲ 2x ਸਕੁਏਅਰ ਅਤੇ ਇਨਫਿਨਿਟੀ ਤੋਂ ਬਟਾ x4 ਮਾਈਨਸ 1 dx 2 ਹੈ। ਇਸ ਲਈ ਇਸ ਕੇਸ ਵਿੱਚ ਤਰੀਕਾ ਇਹ ਹੈ ਕਿ ਅਸੀਂ ਇਸ ਇਨਫਿਨਿਟੀ ਨੂੰ ਹਟਾ ਦੇਵਾਂਗੇ ਅਤੇ ਅਸੀਂ ਇਸ ਨੂੰ r ਨਾਲ ਬਦਲ ਦੇਵਾਂਗੇ ਇਸ ਲਈ ਸਾਡੇ ਕੋਲ ਇਹ ਇੰਟੀਗਰਲ r ਤੋਂ ਇਨਫਿਨਿਟੀ ਦੀ ਲਿਮਿਟ ਦੇ ਇਕੁਅਲ ਹੈ ਅਤੇ ਇਹ 2 ਤੋਂ r ਅਤੇ ਸਕੁਏਅਰ ਬਟਾ x4 ਮਾਈਨਸ 1 dx ਇਹ ਲਿਮਿਟ r ਦੀ ਇਨਫਿਨਿਟੀ ਦੇ ਇਕੁਅਲ ਹੈ। ਇੱਥੇ ਹੁਣ ਅਸੀਂ ਪਾਰਸ਼ਲ ਫ੍ਰੈਕਸ਼ਨਸ ਕਰਾਂਗੇ ਤਾਂ ਇਹ ਹੋਏਗਾ x ਸਕੁਏਅਰ ਮਾਈਨਸ 1 ਅਤੇ x ਸਕੁਏਅਰ ਪਲਸ 1 ਤਾਂ ਫਿਰ 1 ਬਟਾ x ਸਕੁਏਅਰ 1 ਅਤੇ ਪਲਸ 1 ਬਟਾ x ਸਕੁਏਅਰ ਪਲਸ 1
ਇਸ ਲਈ ਇਹ ਬਿਲਕੁਲ 2x² ਬਟਾ x4 ਮਾਈਨਸ 1 ਇਸ ਲਈ dx ਹੋਵੇਗਾ। ਅਤੇ ਫਿਰ ਦੁਬਾਰਾ ਅਸੀਂ ਇਸ ਪਾਰਸ਼ਲ ਫ੍ਰੈਕਸ਼ਨਸ ਨੂੰ ਉੱਥੇ ਕਰਾਂਗੇ। ਇਸ ਲਈ ਸਾਡੇ ਕੋਲ r ਇਨਫਿਨਿਟੀ ਦੀ ਲਿਮਿਟ ਹੈ। ਇਹ 2 ਤੋਂ r, ਅਤੇ ਇਹ 1/2 ਹੋਏਗਾ ਅਤੇ ਇਹ 1 ਬਟਾ x ਮਾਈਨਸ 1 ਮਾਈਨਸ 1 x ਪਲਸ 1 ਹੈ ਤਾਂ ਇਹ 1 ਬਟਾ x² ਮਾਈਨਸ 1 ਦਾ ਪਾਰਸ਼ਲ ਫ੍ਰੈਕਸ਼ਨ ਹੈ ਅਤੇ ਫਿਰ ਸਾਡੇ ਕੋਲ ਇਹ ਪਲਸ 1 ਬਟਾ x² ਪਲਸ 1 ਅਤੇ ਇਸ dx ਟਰਮ ਤੇ ਸਭ ਕੁਝ ਹੈ। ਤਾਂ ਫਿਰ ਇੱਥੇ ਸਾਡੇ ਕੋਲ ਲਿਮਿਟ r ਤੋਂ ਇਨਫਿਨਿਟੀ ਦੀ ਹੈ ਅਤੇ ਇਹ 2 ਤੋਂ r ਹੈ। ਤਾਂ ਸਾਡੇ ਕੋਲ ਹੁਣ 3 ਇੰਟੀਗਰਲ ਹਨ ਤਾਂ ਫਿਰ ਇੱਕ ਹੈ 1/2 ਅਤੇ ਇਹ 1 ਬਟਾ x ਮਾਈਨਸ 1 dx। ਫਿਰ ਸਾਡੇ ਕੋਲ ਮਾਈਨਸ ਸਾਈਨ 1 ਬਟਾ x1 dx। ਇੰਟੀਗਰਲ ਹੈ ਇਹ 2 ਤੋਂ r। ਦੁਬਾਰਾ ਤੋਂ ਅਤੇ ਫਿਰ ਸਾਡੇ ਕੋਲ ਇੰਟੀਗਰਲ 2 ਤੋਂ r ਅਤੇ 1 ਬਟਾ x² ਪਲਸ 1 dx ਹਨ। ਇਸ ਲਈ ਪਹਿਲੇ ਨੂੰ ਲਿਮਿਟ b r ਤੇ ਟੈਂਡਿੰਗ ਤੋਂ ਇਨਫਿਨਿਟੀ ਮੰਨ ਲਓ ਅਤੇ ਸਾਡੇ ਕੋਲ ਇਹ ਅੱਧਾ ਹੈ। ਇਹ ln ਮਾਈਨਸ 1 ਹੋਵੇਗਾ ਅਤੇ ਇਹ ਮਾਈਨਸ x ਪਲਸ 1 ਹੋਵੇਗਾ ਤਾਂ ਇਹ x ਮਾਈਨਸ 1 ਬਟਾ x ਪਲਸ 1 ਇਹਨਾਂ ਦੋਵਾਂ ਦੇ ਜੋੜ ਲੋਗਰਿਦਮਿਕ ਵਰਗਾ ਹੋਵੇਗਾ। ਪਹਿਲੇ 2 ਅਤੇ ਫਿਰ ਇੱਥੇ ਸਾਡੇ ਕੋਲ 10 ਇਨਵਰਸ x ਹਨ ਜੋ ਕਿ ਲਿਮਿਟ 2 ਨੂੰ r ਨਾਲ ਇੰਟੀਗਰਲ ਕਰਦੇ ਹਨ। ਇਸ ਲਈ ਹੁਣ ਅਸੀਂ ਇੱਥੇ ਇਸ ਲਿਮਿਟ ਨੂੰ ਕੰਪਿਊਟ ਕਰਾਂਗੇ ਤਾਂ ਜੋ ਇਹ ਹਾਫ ਹੋ ਜਾਵੇ ਅਤੇ ਸਾਡੇ ਕੋਲ ਇੰਨੀ ਲਿਮਿਟ ਹੈ ਅਤੇ ਇਸ ਲਈ r ਇਨਫਿਨਿਟੀ ਤੱਕ ਸਾਡੇ ਕੋਲ ਇਹ ਹਾਫ ਹੈ ਅਤੇ ਸਾਡੇ ਕੋਲ ਇਹ ਉੱਪਰਲੀ ਲਿਮਿਟ ਹੈ ਤਾਂ ਇਸ ਲਈ ਫਿਰ r ਮਾਈਨਸ 1 ਬਟਾ r ਪਲਸ 1 ਅਤੇ ਮਾਈਨਸ ਹੈ ਤਾਂ ਮਾਈਨਸ ਇੱਥੇ ਮਾਈਨਸ 1 ਹੈ ਅਤੇ ਫਿਰ ਇੱਥੇ ਸਾਡੇ ਕੋਲ 3 ਹੈ ਇਸ ਲਈ ਸਾਡੇ ਕੋਲ 1/2 ਹੈ ਅਤੇ ਇਸ ln ਮਾਈਨਸ ਸਾਈਨ ਦੇ ਨਾਲ ਹੈ ਕਿਉਂਕਿ ਇਸ ਘੱਟ ਲਿਮਿਟ ਦੇ ਕਾਰਨ ਮਾਈਨਸ ਹਾਫ ਅਤੇ ਫਿਰ 2 ਮਾਈਨਸ 1 ਇਸ ਲਈ 1 ln ਅਤੇ ਫਿਰ ਬਾਏ 3 ਇਸ ਲਈ ln 1/3 ਅਤੇ ਫਿਰ ਸਾਡੇ ਕੋਲ 10 ਇਨਵਰਸ r ਵਿੱਚ 10 ਅਤੇ ਮਾਈਨਸ 10 ਇਨਵਰਸ 2 ਹੈ। ਇਸ ਲਈ ਅਤੇ ਫਿਰ ਹਰ ਚੀਜ਼ ਜੋ ਕਿ ਸਾਡੇ ਕੋਲ ਇਹ r ਤੋਂ ਇਨਫਿਨਿਟੀ ਹੈ ਇਸ ਲਈ 1/2 ਅਤੇ ਇਹ ln 1 ਮਾਈਨਸ 1 ਬਟਾ r ਬਟਾ 1 ਪਲਸ 1 ਬਟਾ r। ਇਹ ਲਿਮਿਟ r ਤੋਂ ਇਨਫਿਨਿਟੀ ਤੱਕ ਹੋਏਗੀ। ਇੱਥੇ ਸਾਡੇ ਕੋਲ ਇਹ ਹੈ ਅਸੀਂ ਪਲਸ ਹਾਫ ln 3 ਲਿਖ ਸਕਦੇ ਹਾਂ ਅਤੇ ਫਿਰ ਸਾਡੇ ਕੋਲ ਇੱਥੇ ਪਲਸ 10 ਇਨਵਰਸ r ਅਤੇ ਫਿਰ ਮਾਈਨਸ 10 ਇਨਵਰਸ 2 ਹੈ। ਤਾਂ ਫਿਰ ਇਸ ਲਿਮਿਟ ਨੂੰ ਲੈ ਕੇ ਹੁਣ ਸਾਡੇ ਕੋਲ ਹਾਫ ਹੈ ਅਤੇ ਇਹ r ਟੈਂਡਿੰਗ ਟੂ ਇਨਫਿਨਿਟੀ ਹੈ ਇਸ ਲਈ ਇਹ 0 ਹੈ ਇਹ ਵੀ 0 ਤੇ ਜਾ ਰਿਹਾ ਹੈ ਸਾਡੇ ਕੋਲ ln 1 ਹੈ ਜੋ ਕਿ 0 ਹੈ ਇਸ ਲਈ ਹਾਫ ਇਨਟੂ 0 ਪਲਸ ਇਹ ਹਾਫ ਹੈ ln 3 ਅਤੇ ਫਿਰ r ਟੈਂਡਿੰਗ ਟੂ ਇਨਫਿਨਿਟੀ ਦੇ ਰੂਪ ਵਿੱਚ π/2 ਅਤੇ ਮਾਈਨਸ ਹੋਵੇਗਾ 10 ਇਨਵਰਸ 2 ਤਾਂ ਇਹ ਵੈਲਿਊ ਹੈ ਇਹ 0 ਹੈ ਇੱਥੇ ਸਾਡੇ ਕੋਲ ਹਾਫ ln 3 ਹੈ ਅਤੇ ਇਹ π/2 ਹੈ ਅਤੇ ਫਿਰ ਇਹ ਮਾਈਨਸ ਇਹ 10 ਇਨਵਰਸ ਮਾਈਨਸ 2 ਤਾਂ ਫਿਰ ਇਹ ਇੰਟੀਗਰਲ ਦੀ ਵੈਲਿਊ ਹੈ ਜਿਸ ਦੀ ਅਸੀਂ ਇੱਥੇ π/2 ਮਾਈਨਸ 10 ਇਨਵਰਸ 2 ਨਾਲ ਕੰਪਿਊਟ ਕੀਤੀ ਹੈ ਅਤੇ ਇਹ ਹਾਫ ln 3 ਹੈ ਇਸ ਲਈ ਇਹ ਇੰਟੀਗਰਲ ਐਗਜ਼ਿਸਟ ਕਰਦਾ ਹੈ ਅਤੇ ਇਹ ਇਸ ਇੰਪਰੋਪਰ ਇੰਟੀਗਰਲ ਦੀ ਵੈਲਿਊ ਹੈ। ਦੂਜੀ ਉਦਾਹਰਨ ਦੇ ਲਈ ਸਾਡੇ ਕੋਲ 0 ਤੋਂ ਇਨਫਿਨਿਟੀ ਅਤੇ sin π dx ਹੈ ਤਾਂ ਫਿਰ ਇਸ ਕੇਸ ਵਿੱਚ ਵੀ ਉਹੀ ਤਰੀਕੇ ਦੀ ਵਰਤੋਂ ਕਰ ਰਹੇ ਹਾਂ ਇਸ ਲਈ ਸਾਡੇ ਕੋਲ r ਤੋਂ ਇਨਫਿਨਿਟੀ ਦੀ ਲਿਮਿਟ ਹੈ ਅਤੇ ਫਿਰ 0 ਤੋਂ r ਅਤੇ ਸਾਡੇ ਕੋਲ sin x dx ਹੈ। ਇਹ ਇੰਟੀਗਰਲ r ਤੋਂ ਇਨਫਿਨਿਟੀ sin x ਮਾਈਨਸ cos x ਬਣ ਜਾਵੇਗਾ ਅਤੇ ਸਾਡੇ ਕੋਲ ਲਿਮਿਟ 0 ਤੋਂ r ਹੋਵੇਗੀ ਤਾਂ ਫਿਰ ਇਹ r ਤੋਂ ਇਨਫਿਨਿਟੀ ਤੱਕ ਫਾਈਨਾਈਟ ਹੋਵੇਗਾ ਅਤੇ ਇੱਥੇ ਸਾਡੇ ਕੋਲ ਇੱਕ ਮਾਈਨਸ ਇਹ cos r ਹੋਵੇਗਾ ਅਤੇ ਜਦੋਂ ਅਸੀਂ ਲਿਮਿਟ r ਤੋਂ ਇਨਫਿਨਿਟੀ ਤੱਕ ਲੈ ਜਾਂਦੇ ਹਾਂ ਇਸ cos r ਲਈ ਇਹ ਲਿਮਿਟ ਐਗਜ਼ਿਸਟ ਨਹੀਂ ਕਰਦੀ ਇਸ ਲਈ ਇਸ ਕੇਸ ਵਿੱਚ ਦੂਜੇ ਕੇਸ ਵਿੱਚ ਲਿਮਿਟ ਐਗਜ਼ਿਸਟ ਨਹੀਂ ਕਰਦੀ ਹੈ ਅਤੇ ਸਾਡੇ ਕੋਲ ਠੀਕ ਇਹੀ ਲਿਮਿਟ ਇੱਕ ਮਾਈਨਸ cos r ਅਤੇ ਲਿਮਿਟ ਐਗਜ਼ਿਸਟ ਨਹੀਂ ਕਰਦੀ ਜਾਂ ਇੰਟੀਗਰਲ ਇਸ ਕੇਸ ਵਿੱਚ ਕਨਵਰਜ ਨਹੀਂ ਹੁੰਦੀ ਇਸ ਲਈ ਲਿਮਿਟ ਐਗਜ਼ਿਸਟ ਨਹੀਂ ਕਰਦੀ ਹੈ।
ਤਾਂ ਫਿਰ ਪਹਿਲੇ ਕੇਸ ਵਿੱਚ ਇਸ ਇੰਪ੍ਰੋਪਰ ਇੰਟੀਗਰਲ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਕਨਵਰਜੈਂਟ ਹੈ ਅਤੇ ਇਸ ਐਕਸਪ੍ਰੈਸ਼ਨ ਦੁਆਰਾ ਦਿੱਤੀ ਗਈ ਵੈਲਿਊਜ਼ ਹਨ। ਦੂਜੇ ਕੇਸ ਵਿੱਚ ਇਹ ਇੰਪ੍ਰੋਪਰ ਇੰਟੀਗਰਲ ਕਨਵਰਜ ਨਹੀਂ ਹੁੰਦਾ ਹੈ, ਕਿਉਂਕਿ ਅਸੀਂ ਇਸ ਇੰਟੀਗਰਲ ਦਾ ਮੁਲਾਂਕਣ ਨਹੀਂ ਕਰ ਸਕਦੇ। ਠੀਕ ਹੈ, ਇਸ ਲਈ ਸੈਕੰਡ ਕਾਈਂਡ ਦੇ ਇੰਪ੍ਰੋਪਰ ਇੰਟੀਗਰਲ ਦਾ ਮੁਲਾਂਕਣ ਜੋ ਅਸੀਂ ਸਿੱਖਾਂਗੇ ਉਹ a ਤੋਂ b f(x) dx ਦਾ ਇੰਟੀਗਰਲ ਹੈ, ਜਿੱਥੇ f(x) ਰੇਂਜ a ਤੋਂ b ਦੇ ਕਿਸੇ ਪੁਆਇੰਟ ਤੇ ਅਨਬਾਊਂਡਡ ਹੈ। ਇਸ ਲਈ ਇੱਥੇ ਇਹ ਮੰਨ ਲਓ ਕਿ f(x) ਇਨਫਿਨਿਟੀ ਹੈ ਜੋ b ਤੱਕ ਐਕਸਟੈਂਡਿੰਗ ਹੈ। ਇਸ ਲਈ ਉੱਪਰਲੀ ਲਿਮਿਟ ਜਦੋਂ x ਉੱਪਰਲੀ ਲਿਮਿਟ ਦੇ ਨੇੜੇ ਪਹੁੰਚ ਰਹੀ, ਇਹ f(x) ਕਨਵਰਜਿੰਗ ਹੈ, ਸਿਫਰ ਤੇ ਜਾ ਰਿਹਾ ਹੈ, ਅਨਬਾਊਂਡਡ ਹੋ ਰਿਹਾ ਹੈ। ਅਤੇ ਇਸ ਟਾਈਪ ਦੇ ਇੰਟੀਗਰਲ ਲਈ ਜਦੋਂ ਇਹ f(x) ਇਨਫਿਨਿਟੀ ਤੱਕ ਪਹੁੰਚ ਰਿਹਾ ਹੈ ਜਿਵੇਂ b ਤੇ ਐਕਸਟੈਂਡਿੰਗ, ਅਸੀਂ ਇੱਥੇ ਇਸ ਐਪਸੀਲੋਨ ਨੂੰ ਪੇਸ਼ ਕਰਕੇ ਮੁਲਾਂਕਣ ਕਰਾਂਗੇ, ਅਤੇ ਇਸ ਲਈ ਇੱਥੇ ਅਸੀਂ ਇਸ ਐਪਸੀਲੋਨ ਨੂੰ ਪੇਸ਼ ਕੀਤਾ ਹੈ, ਅਤੇ b ਤੋਂ ਘਟਾ ਦਿੱਤਾ ਹੈ। ਇਸ ਲਈ ਪ੍ਰੋਬਲਮ b ਤੇ ਹੈ, ਇਸ ਲਈ ਅਸੀਂ ਹੁਣ b ਮਾਈਨਸ ਐਪਸੀਲੋਨ ਦੁਆਰਾ ਵੋਇਡ ਕਰ ਦਿੱਤਾ ਹੈ। ਕਿਉਂਕਿ f(x) ਇਨਫਿਨਿਟੀ ਵੱਲ ਟੇਡਿੰਗ ਕਰ ਰਿਹਾ ਸੀ, ਜਦੋਂ x b ਵੱਲ ਟੇਡਿੰਗ ਕਰ ਰਿਹਾ ਸੀ, ਇਸ ਲਈ ਅਸੀਂ ਹੁਣ ਇਸ b ਨੂੰ ਇਸ b ਮਾਈਨਸ ਐਪਸੀਲੋਨ ਬਣਾਉਣ ਤੋਂ ਅਵੋਇਡ ਕੀਤਾ ਹੈ, ਅਤੇ ਹੁਣ ਇਹ ਸਹੀ ਇੰਟੀਗਰਲ, ਪ੍ਰੋਪਰ ਇੰਟੀਗਰਲ ਹੈ ਜਿਸ ਦਾ ਅਸੀਂ ਮੁਲਾਂਕਣ ਕਰਾਂਗੇ। ਮੁਲਾਂਕਣ ਲਈ ਵਿਕਸਤ ਤਕਨੀਕਾਂ ਦੀ ਵਰਤੋਂ ਕਰਦਿਆਂ ਇੰਟੀਗਰਲ ਅਤੇ ਬਾਅਦ ਵਿੱਚ ਅਸੀਂ ਐਪਸੀਲੋਨ ਦੀ ਲਿਮਿਟ ਟੇਡਿੰਗ ਨੂੰ ਰਾਈਟ ਸਾਈਡ ਤੋਂ ਸਿਫਰ ਤੱਕ ਲੈ ਜਾਵਾਂਗੇ। ਇਸ ਲਈ ਇੱਥੇ ਸਾਡੇ ਕੋਲ ਇਹ ਇੰਟੀਗਰਲ ਹੈ, ਅਤੇ ਦੂਜੇ ਕੇਸ ਵਿੱਚ ਜਦੋਂ f(x) goes to ਇਨਫਿਨਿਟੀ ਜਿਵੇਂ x goes to a, ਤੁਸੀਂ ਉਹੀ ਆਈਡੀਆ ਵਰਤੋਗੇ ਕਿ ਹੁਣ ਅਸੀਂ ਇੱਥੇ ਇੱਕ ਪਲੱਸ ਐਪਸੀਲੋਨ ਦੀ ਵਰਤੋਂ ਕਰਾਂਗੇ। ਤਾਂ ਫਿਰ ਦੁਬਾਰਾ ਇਹ ਜਿੱਥੇ ਇੰਟੀਗਰਲ ਵਿੱਚ ਪ੍ਰੋਬਲਮ ਸੀ ਉਹ ਅਵੋਇਡ ਹੋ ਗਈ ਹੈ, ਅਤੇ ਬਾਅਦ ਵਿੱਚ ਅਸੀਂ ਇਸ ਐਪਸੀਲੋਨ ਇੰਪ੍ਰੋਪਰ ਇੰਟੀਗਰਲ ਦਾ ਮੁਲਾਂਕਣ ਕਰਨ ਲਈ ਪੋਜ਼ਿਟਿਵ ਸਾਈਡ ਤੋਂ ਸਿਫਰ ਤੱਕ ਲੈ ਕੇ ਜਾਵਾਂਗੇ। ਇਸ ਲਈ ਇੰਪ੍ਰੋਪਰ ਇੰਟੀਗਰਲ ਆਫ ਸੈਕਿੰਡ ਕਾਈਂਡ ਦਾ ਮੁਲਾਂਕਣ ਜਦੋਂ ਸਾਡੇ ਕੋਲ a ਕੋਈ ਹੋਰ ਪੁਆਇੰਟ ਜਿਵੇਂ x c ਦੇ ਨੇੜੇ ਆ ਰਿਹਾ ਹੈ, c a b ਵਿੱਚ ਇੱਕ ਪੁਆਇੰਟ ਹੈ ਅਤੇ ਇਹ f(x) ਅਨਬਾਊਂਡਡ ਹੁੰਦਾ ਜਾ ਰਿਹਾ ਹੈ। ਇਸ ਲਈ ਇਹ ਇਸ ਇੰਪ੍ਰੋਪਰ ਇੰਟੀਗਰਲ ਆਫ ਸੈਕਿੰਡ ਕਾਈਂਡ ਹੈ, ਅਤੇ ਇਸ ਕੇਸ ਵਿੱਚ ਅਸੀਂ ਦੁਬਾਰਾ ਇਸ ਤਰੀਕੇ ਦਾ ਉਪਯੋਗ ਕਰਾਂਗੇ ਕਿ ਇੰਟੀਗਰਲ a ਤੋਂ c ਅਤੇ c ਤੋਂ b ਨੂੰ ਅਸੀਂ ਵੰਡ ਦੇਵਾਂਗੇ, ਅਤੇ ਕਿਉਂਕਿ ਪ੍ਰੋਬਲਮ c ਤੇ c, ਇਸ ਲਈ ਅਸੀਂ c ਤੋਂ ਐਪਸੀਲੋਨ ਨੂੰ ਘਟਾਉਣ ਤੋਂ ਅਵੋਇਡ ਕੀਤਾ ਹੈ। ਇਸ ਲਈ ਸਾਡੇ ਕੋਲ a ਤੋਂ c ਮਾਈਨਸ ਐਪਸੀਲੋਨ f(x) dx ਹੈ, ਅਤੇ ਦੂਜੇ ਕੇਸ ਵਿੱਚ ਦੁਬਾਰਾ ਇੰਟੀਗਰਲ c ਤੋਂ b ਸੀ, ਪਰ ਸਾਨੂੰ c ਵਿੱਚ ਪ੍ਰੋਬਲਮ ਹੈ, ਅਸੀਂ ਇਸ ਨੂੰ c ਪਲੱਸ ਐਪਸੀਲੋਨ ਅਤੇ ਫਿਰ ਐਪਸੀਲੋਨ r ਨੂੰ ਰਾਈਟ ਸਾਈਡ ਤੋਂ ਸਿਫਰ ਤੇ ਲੈ ਕੇ ਹਟਾ ਦਿੱਤਾ ਹੈ। ਇਸ ਲਈ ਜੇ ਸਾਡੇ ਕੋਲ ਇਹ ਇੰਟੀਗਰਲ f(x) goes to ਇਨਫਿਨਿਟੀ ਦੋਵੇਂ ਸਿਰੇ ਤੇ ਜਿਵੇਂ ਕਿ x goes to a ਅਤੇ x ਵੀ goes to b, ਇਸ ਲਈ ਤਾਂ ਇਹ ਸੈਕਿੰਡ ਟਾਈਪ ਆਫ ਇੰਟੀਗਰਲ ਲਈ ਇੱਕ ਹੋਰ ਸੰਭਾਵਨਾ ਹੈ। ਇਸ ਕੇਸ ਵਿੱਚ ਅਸੀਂ ਇਸ ਨੂੰ a ਤੋਂ b f(x) dx ਦਾ ਮੁਲਾਂਕਣ ਕਰ ਸਕਦੇ ਹਾਂ। a ਪਲੱਸ ਐਪਸੀਲੋਨ 1 ਅਤੇ b ਮਾਈਨਸ ਐਪਸੀਲੋਨ 2 ਹੈ, ਅਤੇ ਫਿਰ ਇਸ ਲਿਮਿਟ ਨੂੰ ਲੈ ਕੇ ਐਪਸੀਲੋਨ ਸਿਫਰ ਪਲੱਸ ਅਤੇ ਐਪਸੀਲੋਨ 2 ਤੋਂ ਸਿਫਰ ਮਾਈਨਸ ਤੱਕ ਪਹੁੰਚਦਾ ਹੈ। ਇਸ ਲਈ ਅਸੀਂ ਇੱਥੇ ਕੁਝ ਉਦਾਹਰਨ ਦੇਖਾਂਗੇ ਜਿੱਥੇ ਅਸੀਂ ਦੁਬਾਰਾ ਇਹ ਟਿੱਪਣੀ ਦਾ ਮੁਲਾਂਕਣ ਕਰ ਸਕਦੇ ਹਾਂ। ਇਸ ਲਈ ਇਸ ਕੇਸ ਵਿੱਚ ਜਦੋਂ ਸਾਡੇ ਕੋਲ a f(x) ਦੋਵੇਂ ਸਿਰੇ ਤੇ ਇਨਫਿਨਿਟੀ ਦੇ ਨੇੜੇ ਆ ਰਿਹਾ ਹੈ, ਅਸੀਂ ਇਸ ਇੰਟੀਗਰਲ ਨੂੰ ਕਿਸੇ ਹੋਰ ਮੱਧ ਤੇ ਕਿਸੇ ਹੋਰ ਪੁਆਇੰਟ ਤੇ ਵੰਡ ਸਕਦੇ ਹਾਂ, ਜਿਵੇਂ ਕਿ a ਤੋਂ c ਅਤੇ ਫਿਰ c ਤੋਂ b, ਅਤੇ ਫਿਰ ਅਸੀਂ ਬਿਲਕੁਲ ਉਸ ਇੰਟੀਗਰਲ ਨੂੰ ਹੈਂਡਲ ਕਰ ਸਕਦੇ ਹਾਂ ਜੋ ਅਸੀਂ ਪਹਿਲਾਂ ਹੈਂਡਲ ਕੀਤਾ ਹੈ, ਤਾਂ ਜੋ ਅਸੀਂ ਇਸ ਤੋਂ ਅਵੋਇਡ ਹੋ ਸਕੀਏ। ਸਾਡੇ ਕੋਲ ਇਸ ਦੀ ਬਜਾਏ ਦੋ ਵੱਖਰੇ ਇੰਟੀਗਰਲ ਹਨ, ਅਤੇ ਪਹਿਲਾ ਇੱਕ ਨੂੰ ਅਸੀਂ a ਪਲੱਸ ਐਪਸੀਲੋਨ ਨਾਲ ਹੈਂਡਲ ਕਰਾਂਗੇ ਅਤੇ ਦੂਜਾ ਅਸੀਂ ਇਸ ਪੁਆਇੰਟ ਐਪਸੀਲੋਨ ਦੇ ਨਾਲ ਉਸੇ ਤਰ੍ਹਾਂ ਹੈਂਡਲ ਕਰਾਂਗੇ ਜਿਵੇਂ ਅਸੀਂ ਉੱਤੇ ਕੀਤਾ ਹੈ। ਇਸ ਲਈ ਇੱਥੇ ਸੈਕਿੰਡ ਕਾਈਂਡ ਦੇ ਅਜਿਹੇ ਇੰਪ੍ਰੋਪਰ ਇੰਟੀਗਰਲਸ ਦਾ ਮੁਲਾਂਕਣ ਕਿਵੇਂ ਕਰੀਏ? ਇਸ ਲਈ ਉਦਾਹਰਨ ਵਜੋਂ ਸਾਡੇ ਕੋਲ a dx ਬਟਾ ਸਕੁਏਅਰ ਰੂਟ 1 ਮਾਈਨਸ x ਹੈ। ਇਸ ਲਈ ਇੱਥੇ ਜਦੋਂ x 1 ਦੇ ਨੇੜੇ ਆ ਰਿਹਾ ਹੈ, ਇਹ ਅਨਬਾਊਂਡਡ ਹੁੰਦਾ ਜਾ ਰਿਹਾ ਹੈ, ਸਾਡਾ ਇੰਟੀਗਰਲ ਅਨਬਾਊਂਡਡ ਹੁੰਦਾ ਜਾ ਰਿਹਾ ਹੈ। ਇਸ ਲਈ ਇਸ ਕੇਸ ਵਿੱਚ ਅਸੀਂ ਕੀ ਕਰਾਂਗੇ? ਅਸੀਂ ਐਪਸੀਲੋਨ ਦੀ ਲਿਮਿਟ ਨੂੰ ਇੱਥੇ ਰਾਈਟ ਹੈਂਡ ਸਾਈਡ ਤੋਂ ਸਿਫਰ ਤੱਕ ਅਤੇ ਸਿਫਰ ਤੋਂ 1 ਮਾਈਨਸ ਐਪਸੀਲੋਨ ਤੱਕ, ਇਸ ਲਈ ਉਹ ਪੁਆਇੰਟ ਜਿੱਥੇ ਫੰਕਸ਼ਨ ਅਨਬਾਊਂਡਡ ਹੁੰਦਾ ਜਾ ਰਿਹਾ ਸੀ, ਅਸੀਂ 1 ਮਾਈਨਸ ਐਪਸੀਲੋਨ ਨਾਲ ਬਦਲ ਲਿਆ ਹੈ। ਇਸ ਲਈ ਅਸੀਂ ਸਿਫਰ ਤੋਂ 1 ਵੱਲ ਨਹੀਂ ਜਾ ਰਹੇ, ਪਰ ਅਸੀਂ ਸਿਫਰ ਤੋਂ 1 ਮਾਈਨਸ ਐਪਸੀਲੋਨ ਵੱਲ ਜਾ ਰਹੇ ਹਾਂ, ਜਿੱਥੇ ਸਾਡੇ ਕੋਲ ਵਧੀਆ ਇੰਟੀਗਰਲ ਹੈ, ਅਤੇ ਬਾਅਦ ਵਿੱਚ ਅਸੀਂ ਉਹ ਲਿਮਿਟ ਲਵਾਂਗੇ। ਇਸ ਲਈ ਇੱਥੇ ਇਹ ਇੰਟੀਗਰਲ ਵੈਲਿਊ ਕੀ ਹੈ? ਇਸ ਲਈ ਸਾਡੇ ਕੋਲ ਇਹ ਇੰਟੀਗਰਲ ਸਿਫਰ ਤੋਂ 1 ਮਾਈਨਸ ਐਪਸੀਲੋਨ
ਹੈ ਅਤੇ ਇਹ ਇੱਕ ਮਾਈਨਸ x ਪਾਵਰ ਮਾਈਨਸ ਹੈ dx। ਜਿਸ ਨੂੰ ਅਸੀਂ ਇੰਟੀਗਰੇਟ ਕਰਦੇ ਹਾਂ ਸਾਡੇ ਕੋਲ -1 ਹੈ ਅਤੇ ਇਸ ਕਾਰਨ ਮਾਈਨਸ ਸਾਈਨ ਅਤੇ ਮਾਈਨਸ ਆਫ ਪਲੱਸ 1 ਤਾਂ ਇਹ ਅੱਧ ਹੋਏਗਾ। ਇਸ ਲਈ ਸਾਡੇ ਕੋਲ ਇੱਕ -x ਪਾਵਰ 1/2 ਜਾਂ ਸਕੁਏਅਰ ਰੂਟ ਹੈ। ਅਤੇ ਫਿਰ ਸਾਡੇ ਕੋਲ ਇਹ ਲਿਮਿਟ ਹੈ ਅਤੇ ਇਹ 1/2 ਵੀ ਹੈ ਤਾਂ ਫੇਰ ਡਿਨੋਮੀਨੇਟਰ ਵਿੱਚ ਸਾਡੇ ਕੋਲ ਇੱਥੇ -2 ਅਤੇ ਇੱਕ -x ਦੇ ਸਕੁਏਅਰ ਰੂਟ ਹੈ। ਅਤੇ ਫਿਰ ਸਾਡੇ ਕੋਲ ਇਹ ਲਿਮਿਟ 0 ਤੋਂ 1 ਐਪਸੀਲੋਨ ਹੈ। ਇਸ ਲਈ 0 ਤੋਂ 1 ਐਪਸੀਲੋਨ ਇਸ ਲਈ ਇੱਥੇ ਇਸ ਇੰਟੀਗਰਲ ਦੀ ਵੈਲਿਊ ਹੈ। ਜਦੋਂ ਅਸੀਂ -1 ਐਪਸੀਲੋਨ ਪਾਉਂਦੇ ਹਾਂ ਤਾਂ ਸਾਡੇ ਕੋਲ ਇੱਕ ਮਾਈਨਸ ਅਤੇ ਇੱਕ ਐਪਸੀਲੋਨ ਅਤੇ ਮਾਈਨਸ ਸਕੁਏਅਰ ਰੂਟ 1 ਹੈ ਜੋ 1 ਹੁੰਦਾ ਹੈ ਤਾਂ 1 -0 ਹੁੰਦਾ ਹੈ। ਇਸ ਲਈ ਇੱਥੇ ਸਾਡੇ ਕੋਲ ਮਾਈਨਸ ਹੈ ਅਤੇ ਇਹ ਐਪਸੀਲੋਨ ਅਤੇ -1 ਹੋਵੇਗਾ। ਇਸ ਲਈ ਸਾਡੇ ਕੋਲ -2 ਦੇ ਨਾਲ ਸਕੁਏਅਰ ਰੂਟ ਐਪਸੀਲੋਨ ਹੈ ਅਤੇ ਫਿਰ ਸਾਡੇ ਕੋਲ ਇੱਥੇ -1 ਹੈ। ਹੁਣ ਅਸੀਂ ਲਿਮਿਟ ਲਵਾਂਗੇ ਇਸ ਲਈ ਇਸ ਲਿਮਿਟ ਨੂੰ ਇੱਥੋਂ ਲੈਂਦੇ ਹੋਏ ਐਪਸੀਲੋਨ a goes to 0 ਮਾਈਨਸ ਦੇ ਨਾਲ ਅਤੇ a ਸਕੁਏਅਰ ਰੂਟ ਐਪਸੀਲੋਨ ਪਲੱਸ 2 ਇੱਥੇ। ਇਸ ਲਈ ਇਹ ਐਪਸੀਲੋਨ goes to 0 ਤਾਂ ਸਾਡੇ ਕੋਲ ਇਹ ਲਿਮਿਟ ਜਿਵੇਂ 2। ਇਸ ਲਈ ਇਸ ਦੀ ਲਿਮਿਟ ਇੰਟੀਗਰਲ ਲੈਣ ਤੋਂ ਬਾਅਦ ਫਿਰ ਅਸੀਂ ਇਸ ਲਿਮਿਟ ਦੀ ਗੱਲ ਕਰ ਰਹੇ ਹਾਂ ਜੋ ਵੈਲਿਊਜ਼ ਇਸ ਕੇਸ ਵਿੱਚ ਵੀ ਇਹ 2 ਵਿੱਚ ਆ ਰਿਹਾ ਹੈ। ਇਸ ਲਈ ਇਸ ਇੰਟੀਗਰਲ ਦੀ ਇਹ ਵੈਲਿਊ ਇਹ ਇੰਟੀਗਰਲ ਕਨਵਰਜ ਹੁੰਦਾ ਹੈ ਅਤੇ ਵੈਲਿਊ 2। ਦੂਜੀ ਉਦਾਹਰਣ ਹੈ ਅਸੀਂ dx/2x x ਸਕੁਏਅਰ ਲੈਂਦੇ ਹਾਂ ਅਤੇ ਇਸ ਕੇਸ ਵਿੱਚ ਅਸੀਂ ਕਰਾਂਗੇ ਅਸੀਂ ਉਹੀ ਤਰੀਕਾ ਕਰ ਸਕਦੇ ਹਾਂ ਕਿ ਇਹ ਲਿਮਿਟ ਐਪਸੀਲੋਨ 1 goes to 0 ਅਤੇ ਅਸੀਂ 0 ਪਲੱਸ ਐਪਸੀਲੋਨ 1 ਪੇਸ਼ ਕਰਕੇ ਇਸ 0 ਨੂੰ ਅਵੋਇਡ ਕੀਤਾ ਹੈ। ਅਤੇ ਅਸੀਂ ਰੇਂਜ ਵਿੱਚ ਕੁਝ ਪੁਆਇੰਟ ਲਏ ਹਨ ਇਸ ਲਈ 1 ਅਤੇ ਫਿਰ 1 ਤੋਂ 2 ਐਪਸੀਲੋਨ 2 ਜਿੱਥੇ ਐਪਸੀਲੋਨ 2 goes to 0 ਅਸੀਂ ਇਹ ਵੀ ਇਹ ਪੁਆਇੰਟ ਤੋਂ ਅਵੋਇਡ ਕੀਤਾ ਹੈ ਜਿੱਥੇ ਫੰਕਸ਼ਨ ਅਨਬਾਊਂਡਡ ਹੁੰਦਾ ਜਾ ਰਿਹਾ ਸੀ। ਹੁਣ ਦੋਵਾਂ ਕੇਸਾਂ ਵਿੱਚ ਸਾਨੂੰ ਇਸ ਨੂੰ ਇੰਟੀਗਰੇਟ ਕਰਨਾ ਪਏਗਾ ਅਤੇ ਫਿਰ ਬਾਅਦ ਵਿੱਚ ਅਸੀਂ ਇਸ ਲਿਮਿਟ ਨੂੰ ਐਪਸੀਲੋਨ 1 ਦੇ ਰੂਪ ਵਿੱਚ ਸਪਲਾਈ ਕਰਾਂਗੇ ਅਤੇ ਇਹ ਐਪਸੀਲੋਨ goes to 0 ਤਾਂ ਆਓ ਇਸ ਇੰਟੀਗਰਲ ਨੂੰ ਇੱਥੇ ਵੇਖੀਏ ਸਾਡੇ ਕੋਲ ਅਸਲ ਵਿੱਚ ਇਹ ਇੰਟੀਗਰਲ dx/x ਅਤੇ 2 x ਹੈ ਜਿਸ ਨੂੰ ਅਸੀਂ 1/2 x ਲਿਖ ਸਕਦੇ ਹਾਂ ਅਤੇ ਫਿਰ ਸਾਡੇ ਕੋਲ ਪਲੱਸ 1/x ਹੈ। ਇਸ ਲਈ ਜੇ ਇਹ 1/2 ਹੈ ਸਾਨੂੰ ਇਹ ਕਰਨਾ ਪਏਗਾ ਕਿਉਂਕਿ ਸਾਨੂੰ ਇਹ ਦੋਵੇਂ ਉੱਥੇ ਮਿਲਣਗੇ ਇਸ ਲਈ ਸਾਡੇ ਕੋਲ 1/2 1/2 x ਪਲੱਸ 1/x ਹੈ ਅਤੇ dx ਇਹ ਇੰਟੀਗਰਲ ਹੈ ਜਿਸ ਨੂੰ ਅਸੀਂ ਇੰਟੀਗਰੇਟ ਕਰ ਸਕਦੇ ਹਾਂ ਇਸ ਲਈ ਅਸੀਂ ਇਸ ਨੂੰ ਮਾਈਨਸ ਸਾਈਨ ਦੇ ਨਾਲ ਪ੍ਰਾਪਤ ਕਰਾਂਗੇ ਜਿਵੇਂ ਕਿ ln 2 x ਅਤੇ ਪਲੱਸ ਇਹ ln x ਜੋ ਕਿ ਮੂਲ ਰੂਪ ਵਿੱਚ ਇਹ ਅੱਧਾ ਹੈ ਅਤੇ ਇਹ in x/2 x ਹੈ ਜੋ ਕਿ ਇੰਟੀਗਰਲ ਹੈ। ਅਤੇ ਹੁਣ ਅਸੀਂ ਉਦਾਹਰਣ ਵਜੋਂ ਇੱਥੇ ਫਸਟ ਇੰਟੀਗਰਲ ਲਵਾਂਗੇ ਜਿੱਥੇ ਲਿਮਿਟ ਐਪਸੀਲੋਨ goes to 0 ਪੋਜ਼ਿਟਿਵ ਸਾਈਡ ਤੋਂ ਅਤੇ ਸਭ ਤੋਂ ਪਹਿਲਾਂ ਅਸੀਂ ਇਹ ਵੈਲਿਊਜ਼ ਲਿਖਾਂਗੇ ਇਸ ਲਈ ਇੱਥੇ ਇੱਕ ln 1 0 ਹੋਵੇਗਾ। ਜਦੋਂ ਅਸੀਂ ਲੋਅਰ 1 ਪਾਉਂਦੇ ਹਾਂ ਤਾਂ ਸਾਨੂੰ ਅੱਧਾ ਅਤੇ ln ਐਪਸੀਲੋਨ 1/2 ਐਪਸੀਲੋਨ 1 ਲਿਮਿਟ ਐਪਸੀਲੋਨ 0 ਪਲੱਸ ਮਿਲਦਾ ਹੈ ਅਤੇ ਦੂਜਾ ਸਾਡੇ ਕੋਲ ਇਹ ਲਿਮਿਟ ਹੋਏਗੀ ਐਪਸੀਲੋਨ 2 goes to 0 ਪਲੱਸ ਇਸ ਇੰਟੀਗਰਲ x ਦੇ ਲਈ ਅਤੇ ਹੁਣ ਅਸੀਂ ਮਾਈਨਸ ਐਪਸੀਲੋਨ ਨੂੰ ਪਹਿਲਾਂ ਰੱਖਾਂਗੇ ਤਾਂ ਫੇਰ ਸਾਡੇ ਕੋਲ ਅੱਧਾ ln ਅਤੇ x ਲਈ ਅਸੀਂ 2 ਐਪਸੀਲੋਨ 2/2 x ਦੇ ਲਈ ਦੁਬਾਰਾ 2 ਐਪਸੀਲੋਨ 2 ਲਿਖ ਰਹੇ ਹਾਂ ਅਤੇ ਫਿਰ ਸਾਡੇ ਕੋਲ ਇਹ 1 ਹੈ ਜੋ ਦੁਬਾਰਾ 0 ਹੋ ਜਾਵੇਗਾ। ਸਾਡੇ ਕੋਲ ਇਹ ਦੋ ਵੈਲਿਊਜ਼ ਹਨ ਜੋ ਕਿ ਇੰਟੀਗਰਲ ਹਨ ਇਸ ਲਈ ਹੁਣ ਪਹਿਲਾ ਇੱਕ ਵਿੱਚ ਜਦੋਂ ਇਹ ਐਪਸੀਲੋਨ goes to 0 ਅਤੇ ਇੱਥੇ 2 ਐਪਸੀਲੋਨ 1 ਹੁੰਦਾ ਹੈ ਇਸ ਲਈ ਇਹ ln 0 ਪੋਜ਼ਿਟਿਵ ਸਾਈਡ ਤੋਂ ਜਾ ਰਿਹਾ ਹੈ ਇਸ ਲਈ ਸਾਡੇ ਕੋਲ ਇਹ ਇਨਫਿਨਿਟੀ ਹੈ ਉਹਨਾਂ ਵਿੱਚ ਇਨਫਾਈਨਾਈਟ ਮਾਈਨਸ ਇਨਫਿਨਿਟੀ ਹੈ ਅਤੇ ਜਦੋਂ ਅਸੀਂ ਐਪਸੀਲੋਨ ਲੈਂਦੇ ਹਾਂ ਤਾਂ ਐਪਸੀਲੋਨ goes to 0 2 goes to 0 ਇਸ ਲਈ ਸਾਡੇ ਕੋਲ ਇਹ 0 ਤੇ ਜਾ ਰਿਹਾ ਹੈ ਅਤੇ ਫਿਰ 2 ਨੂੰ ਐਪਸੀਲੋਨ ਦੁਆਰਾ ਇੱਥੇ ਵੰਡਿਆ ਗਿਆ ਹੈ ਇਸ ਲਈ ਐਪਸੀਲੋਨ 0 ਤੇ ਜਾਏਗਾ ਇਹ ਫਿਰ ਇਨਫਿਨਿਟੀ ਬਣ ਜਾਵੇਗਾ ਇਸ ਲਈ ਇਹ ਇੰਟੀਗਰਲ ਕਨਵਰਜ ਨਹੀਂ ਹੁੰਦਾ ਕਿਉਂਕਿ ਅਸੀਂ ਇੱਥੇ ਇਨਫਿਨਿਟੀ ਪ੍ਰਾਪਤ ਕਰ ਰਹੇ ਹਾਂ। ਖੈਰ ਇਹ ਸੱਚ ਹੈ ਕਿ ਸਾਡੇ ਕੋਲ 2 x ਹਨ ਅਤੇ ਇਹ ਇਨਫਿਨਿਟੀ ਹੈ
ਇਸ ਲਈ ਇਹ ਇਨਫਿਨਿਟੀ ਹੋ ਰਿਹਾ ਹੈ, ਇਹ ਵੀ ਇਨਫਿਨਿਟੀ ਵੱਲ ਜਾ ਰਿਹਾ ਹੈ, ਇਸ ਲਈ ਸਾਡਾ ਇੰਟੀਗਰਲ ਇਨਫਿਨਿਟੀ ਬਣ ਰਿਹਾ ਹੈ ਅਤੇ ਇਹ ਇਨਫਿਨਿਟੀ ਪਲੱਸ ਇਨਫਿਨਿਟੀ ਇਹ ਕਨਵਰਜੈਂਟ ਨਹੀਂ ਹਨ। ਤਾਂ ਇਸ ਕੇਸ ਵਿੱਚ ਅਸੀਂ ਕਰਾਂਗੇ, ਸਾਨੂੰ ਇਹ ਵੈਲਿਊ ਮਿਲਦੀ ਹੈ, ਮੇਰਾ ਮਤਲਬ ਹੈ ਕਿ ਇਹ ਇੰਟੀਗਰਲ ਕਨਵਰਜ ਨਹੀਂ ਹੁੰਦਾ ਕਿਉਂਕਿ ਇਹ ਕਨਵਰਜਿੰਗ ਦੀ ਵੈਲਿਊ ਨੂੰ ਇਨਫਿਨਿਟੀ ਕਰ ਰਹੀ ਹੈ ਅਤੇ ਇਹ ਇੰਟੀਗਰਲ ਡਾਇਵਰਜ ਹੁੰਦਾ ਹੈ। ਇਸ ਲਈ ਇੱਥੇ ਅਸੀਂ ਇਸ ਟੈਸਟ ਇੰਟੀਗਰਲ ਦੇ ਬਾਰੇ ਹੋਰ ਲੈਕਚਰਾਂ ਵਿੱਚ ਵੀ ਵਰਤਦੇ ਹਾਂ ਕਿਉਂਕਿ ਅਗਲੇ ਲੈਕਚਰਾਂ ਵਿੱਚ ਅਸੀਂ ਇਸ ਬਾਰੇ ਸਿੱਖਾਂਗੇ ਕਿ ਕਿਵੇਂ ਟੈਸਟ ਕਰਨਾ ਹੈ ਜਾਂ ਨਹੀਂ, ਇਹ ਕਿਵੇਂ ਕਨਵਰਜ ਹੈ, ਇਹ ਇੰਟੀਗਰਲ ਕਨਵਰਜੈਂਸ ਜਾਂ ਇਹ ਉਹਨਾਂ ਦਾ ਮੁਲਾਂਕਣ ਕੀਤੇ ਬਿਨਾਂ ਡਾਇਵਰਜਸ ਹੋ ਜਾਂਦਾ ਹੈ। ਇਸ ਲਈ ਕੁਝ ਟੈਸਟ ਇੰਟੀਗਰਲ ਦੀ ਵਰਤੋਂ ਕੀਤੀ ਜਾਏਗੀ, ਇਸ ਨੂੰ ਟੈਸਟ ਇੰਟੀਗਰਲ ਇੱਕ ਕਿਹਾ ਜਾਂਦਾ ਹੈ। ਇਸ ਲਈ ਸਾਡੇ ਕੋਲ ਬਾਅਦ ਵਿੱਚ a ਤੋਂ r ਹੈ, ਅਸੀਂ ਲਿਮਿਟ r ਤੋਂ ਇਨਫਿਨਿਟੀ ਤੱਕ ਲੈ ਜਾਵਾਂਗੇ। ਇਸ ਲਈ ਸਾਡੇ ਕੋਲ ਇਹ ਇੰਟੀਗਰਲ a ਤੋਂ r 1/x dx ਪਾਵਰ p dx ਹੈ, ਜਿਸ ਨੂੰ ਅਸੀਂ ਆਸਾਨੀ ਨਾਲ ਮੁਲਾਂਕਣ ਕਰ ਸਕਦੇ ਹਾਂ ਕਿ ਇਹ ਪੋਜ਼ਿਟਿਵ ਨੰਬਰ ਹੈ, ਇਸ ਲਈ ਇੱਥੇ 1/x p ਹੈ, ਇਸ ਲਈ ਅਸੀਂ ਇਸ ਨੂੰ ਇੰਟੀਗ੍ਰੇਟ ਕਰਦੇ ਹਾਂ, ਇਸ ਲਈ ਸਾਡੇ ਕੋਲ 1/x ਅਤੇ p ਅਤੇ a ਮਾਈਨਸ 1 ਹੋਏਗਾ, ਇਸ ਲਈ x ਪਾਵਰ -p ਪਲੱਸ 1 ਅਤੇ ਫਿਰ -p ਪਲੱਸ 1, ਤਾਂ 1 - p ਵੀ ਆਵੇਗਾ, ਜੋ ਕਿ ਇੰਟੀਗਰਲ ਹੈ ਅਤੇ ਫਿਰ a ਤੋਂ r ਹੈ, ਪਰ ਇਹ ਇਸ ਤਰ੍ਹਾਂ ਹੈ ਜਿਵੇਂ ਕਿ p 1 ਦੇ ਇਕੁਅਲ ਨਹੀਂ ਹੈ ਕਿਉਂਕਿ ਜਦੋਂ ਅਸੀਂ p ਇਕੁਅਲ ਹੁੰਦਾ ਹੈ 1 ਦੇ, ਅਸੀਂ ਇਹ 1/x ਨੂੰ ਪ੍ਰਾਪਤ ਕਰਾਂਗੇ ਜੋ ਕਿ x ਦਾ ਲੋਗਰਿਦਮਿਕ ਹੈ ਅਤੇ ਫਿਰ ਅਸੀਂ ਲਿਮਿਟ ਲਵਾਂਗੇ। ਇਸ ਲਈ ਦੋ ਸੰਭਾਵਨਾਵਾਂ ਹੋਣਗੀਆਂ, ਜਦੋਂ p 1 ਦੇ ਇਕੁਅਲ ਹੁੰਦਾ ਹੈ ਤਾਂ ਇਹ ਇੰਟੀਗਰਲ ਹੋਵੇਗਾ ਅਤੇ ਜਦੋਂ p 1 ਦੇ ਇਕੁਅਲ ਹੋਏਗਾ ਤਾਂ ਇਹ ਇੰਟੀਗਰਲ ਹੋਵੇਗਾ ਅਤੇ ਫਿਰ ਅਸੀਂ ਉੱਪਰਲੀ ਲਿਮਿਟ ਨੂੰ r ਪਾਵਰ p - 1 ਨਾਲ ਸਬਸਟੀਟਿਊਟ ਕਰ ਸਕਦੇ ਹਾਂ ਅਤੇ ਅਸੀਂ ਹੇਠਲੀ ਲਿਮਿਟ ਨੂੰ a ਦੇ ਰੂਪ ਵਿੱਚ ਸਬਸਟੀਟਿਊਟ ਕਰ ਸਕਦੇ ਹਾਂ ਅਤੇ ਅਸੀਂ ਇਹ ਸਾਨੂੰ ਇੱਥੇ ਇੰਟੀਗਰਲ ਮਿਲੇਗਾ। ਇਸ ਲਈ p 1 ਦੇ ਇਕੁਅਲ ਹੈ, ਸਾਡੇ ਕੋਲ a ln r ਹੈ ਅਤੇ a - a ln r ਹੈ ਜੋ ਕਿ a ln r/a ਹੈ ਅਤੇ ਦੂਜੇ ਕੇਸ ਵਿੱਚ ਜਦੋਂ p 1 ਦੇ ਇਕੁਅਲ ਨਹੀਂ ਹੁੰਦਾ ਤਾਂ ਸਾਨੂੰ 1/1 - p ਮਿਲੇਗਾ ਅਤੇ ਇਹ 1/x ਪਾਵਰ p - 1 ਅਤੇ ਦੁਬਾਰਾ ਫਿਰ a r, ਤਾਂ ਫਿਰ ਅਸੀਂ ਪ੍ਰਾਪਤ ਕਰਾਂਗੇ ਪਹਿਲਾਂ 1/rp - 1 ਅਤੇ ਫਿਰ -1/a ਪਾਵਰ p - 1, ਤਾਂ ਫਿਰ a ਤੋਂ r ਲਈ ਇੰਟੀਗਰਲ ਵੈਲਿਊ ਹੈ। ਹੁਣ ਅਸੀਂ ਇੱਥੇ ਵੇਖਾਂਗੇ ਕਿ ਹੋਵੇਗਾ ਜਦੋਂ ਅਸੀਂ ਇਸ r ਨੂੰ ਇਨਫਿਨਿਟੀ ਤੇ ਲੈ ਜਾਵਾਂਗੇ। ਇਸ ਲਈ ਅਸਲ ਵਿੱਚ ਸਾਡੀ ਦਿਲਚਸਪੀ ਸਾਡੇ ਟੈਸਟ ਇੰਟੀਗਰਲ a ਤੋਂ ਇਨਫਿਨਿਟੀ 1 ਜਾਂ x ਪਾਵਰ p x ਹੈ। ਅਸੀਂ ਪਹਿਲਾਂ ਹੀ ਇਸ ਦਾ ਮੁਲਾਂਕਣ ਕਰ ਚੁੱਕੇ ਹਾਂ, ਹੁਣ ਅਸੀਂ ਲਿਮਿਟ ਪਾਵਾਂਗੇ, ਇਸ ਲਈ ਜੇ r ਟੈਂਡਿੰਗ ਟੂ ਇਨਫਿਨਿਟੀ ਹੈ ਤਾਂ ਇਹ ਦੁਬਾਰਾ ਹੀ a ln ਇਨਫਿਨਿਟੀ ਬਣ ਜਾਵੇਗਾ, ਇਸ ਲਈ ਇਨਫਿਨਿਟੀ p 1 ਦੇ ਇਕੁਅਲ ਹੈ, ਅਸੀਂ ਫਿਰ ਇਨਫਿਨਿਟੀ ਪ੍ਰਾਪਤ ਕਰਾਂਗੇ ਅਤੇ ਇਸ ਕੇਸ ਵਿੱਚ ਵੀ ਉਦਾਹਰਨ ਲਈ a p 1 ਤੋਂ ਵੱਡਾ ਹੈ, ਇਸ ਲਈ p 1 ਤੋਂ ਵੱਡਾ ਹੈ, ਇਹ r ਪਾਵਰ ਇੱਥੇ ਪੋਜ਼ਿਟਿਵ ਹੋਵੇਗੀ ਅਤੇ ਜਦੋਂ r ਟੈਂਡਿੰਗ ਤੋਂ ਇਨਫਿਨਿਟੀ ਹੈ ਤਾਂ ਇਹ 0 ਹੋ ਜਾਵੇਗਾ ਅਤੇ ਫਿਰ ਸਾਡੇ ਕੋਲ ਇਹ ਫਾਈਨਾਈਟ ਵੈਲਿਊ ਹੋਵੇਗੀ, ਪਰ ਜਦੋਂ p 1 ਨਾਲੋਂ ਘੱਟ ਹੋਵੇ, ਜਦੋਂ p 1 ਤੋਂ ਘੱਟ ਹੁੰਦਾ ਹੈ ਤਾਂ ਇਸ r ਦੇ ਨਿਊਮਰੇਟਰ ਵਿੱਚ ਪੋਜ਼ਿਟਿਵ ਪਾਵਰ ਹੋਵੇਗੀ ਅਤੇ ਜਦੋਂ r ਟੈਂਡਿੰਗ ਤੋਂ ਇਨਫਿਨਿਟੀ ਤਾਂ ਇਹ ਇਸ ਟਰਮ ਵਿੱਚ ਇਨਫਿਨਿਟੀ ਹੋ ਜਾਵੇਗਾ ਅਤੇ ਫਿਰ ਇੰਟੀਗਰਲ ਇਨਫਿਨਿਟੀ ਬਣ ਜਾਵੇਗਾ। ਇਸ ਲਈ p ਸਾਡੇ ਕੋਲ ਹੁਣ ਇੱਥੇ ਦੋ ਵੈਲਿਊ ਹਨ, ਜਦੋਂ p 1 ਤੋਂ ਘੱਟ ਜਾਂ 1 ਦੇ ਇਕੁਅਲ ਹੈ, ਇਸ ਇੰਟੀਗਰਲ ਦੀ ਵੈਲਿਊ ਇਨਫਿਨਿਟੀ ਹੈ, ਇੰਟੀਗਰਲ ਡਾਇਵਰਜ ਹੈ ਅਤੇ ਜਦੋਂ p ਉਸ ਕੇਸ ਵਿੱਚ 1 ਤੋਂ ਵੱਧ ਹੁੰਦਾ ਹੈ ਤਾਂ ਇਹ ਟਰਮ ਖਤਮ ਹੋ ਜਾਵੇਗੀ ਅਤੇ ਸਾਡੇ ਕੋਲ 1 ਪਾਵਰ p - 1 ਅਤੇ a ਮਾਈਨਸ ਸਾਈਨ ਹੈ, ਜਿਸ ਨੂੰ ਅਸੀਂ ਇੱਥੇ p - 1 ਕਰਨ ਲਈ ਐਡਜਸਟ ਕੀਤਾ ਹੈ। ਇਸ ਲਈ ਉਸ ਕੇਸ ਵਿੱਚ ਵੈਲਿਊ 1/p - 1 ਅਤੇ p 1 ਨਾਲੋਂ ਵੱਡਾ ਹੈ 1/a ਪਾਵਰ p - 1 ਲਈ। ਸਾਡੇ ਕੋਲ ਇੱਕ ਹੋਰ ਇੰਟੀਗਰਲ ਹੈ ਜੋ ਕਿ ਟੈਸਟ ਇੰਟੀਗਰਲ ਲਈ ਵਰਤਿਆ ਜਾਏਗਾ, ਇਸ ਨੂੰ ਟੈਸਟ ਇੰਟੀਗਰਲ 2 ਕਿਹਾ ਜਾਂਦਾ ਹੈ ਅਤੇ ਇਸ ਕੇਸ ਵਿੱਚ ਅਸੀਂ ਇਸ ਇੰਟੀਗਰਲ a ਪਲੱਸ ਐਪਸੀਲੋਨ ਤੋਂ ਵੀ ਕੰਸੀਡਰ ਕਰਦੇ ਹਾਂ, ਇਸ ਲਈ ਇੱਥੇ ਇਹ ਸਾਡੇ ਕੋਲ ਜਿਵੇਂ x a ਦੇ ਨੇੜੇ ਆ ਰਿਹਾ ਹੈ, ਇਹ ਬਣ ਰਿਹਾ ਹੈ ਫਾਈਨਾਈਟ ਤਾਂ ਅਨਬਾਊਂਡਡ, ਇਸ ਲਈ ਸਾਡੇ ਕੋਲ ਸੈਕਿੰਡ ਕਾਈਂਡ ਆਫ ਇੰਟੀਗਰਲ ਹੈ, ਇਸ ਲਈ 1 ਪਲੱਸ ਐਪਸੀਲੋਨ ਤੋਂ ਵੀ ਅਸੀਂ ਇਸ ਦਾ ਮੁਲਾਂਕਣ ਕਰਾਂਗੇ ਅਤੇ ਦੁਬਾਰਾ ਫਿਰ ਇੱਥੇ ਅਸੀਂ ਉਹੀ ਆਈਡੀਆ ਹੈ ਜੋ ਅਸੀਂ ਜਾਣਦੇ ਹਾਂ 1/x - a ਪਾਵਰ p, ਜਿਸ ਨੂੰ ਅਸੀਂ ਇੰਟੀਗ੍ਰੇਟ ਕਰ ਸਕਦੇ ਹਾਂ। ਇਸ ਲਈ ਦੁਬਾਰਾ ਦੋ ਕੇਸ ਹੋਣਗੇ, ਜਦੋਂ p ਇਕੁਅਲ ਹੈ 1 ਦੇ ਸਾਡੇ ਕੋਲ a ln x - a ਜੋ ਸਾਨੂੰ a ln p - a ln ਐਪਸੀਲੋਨ ਦੇਗਾ ਅਤੇ ਜਦੋਂ p 1 ਦੇ ਇਕੁਅਲ ਨਹੀਂ ਹੁੰਦਾ ਹੈ ਤਾਂ ਅਸੀਂ ਇਸ ਨੂੰ ਇੰਟੀਗ੍ਰੇਟ ਕਰਾਂਗੇ ਇਸ ਨਾਲ 1/x - a ਪਾਵਰ p - 1 ਅਤੇ ਜਿਸ ਦਾ ਨਤੀਜਾ ਇੱਥੇ ਇਸ ਐਕਸਪ੍ਰੈਸ਼ਨ ਇਨਟੂ 1/1 - p। ਹੁਣ ਅਸੀਂ ਦੁਬਾਰਾ ਇਸ ਕੇਸ ਤੇ ਚਰਚਾ ਕਰਾਂਗੇ ਕਿ ਜਦੋਂ ਐਪਸੀਲੋਨ ਗੋਜ਼ ਟੂ 0 ਤਾਂ ਕੀ ਹੋਵੇਗਾ। ਇਹ ਸਪਸ਼ਟ ਹੈ ਕਿ ਜਦੋਂ ਐਪਸੀਲੋਨ ਇਸ ਕੇਸ ਗੋਜ਼ ਟੂ 0 ਤਾਂ ਐਪਸੀਲੋਨ ਗੋਜ਼ ਟੂ 0
ਤੁਹਾਡੇ ਕੋਲ -a ਲੇਨ ਐਪਸੀਲੋਨ ਹੁੰਦਾ ਹੈ ਅਤੇ ਐਪਸੀਲੋਨ 0 ਹੋ ਜਾਂਦਾ ਹੈ, ਤਾਂ ਇਹ ਇਨਫਿਨਿਟੀ ਹੋ ਜਾਵੇਗਾ। ਤਾਂ p ਦੁਬਾਰਾ 1 ਦੇ ਇਕੁਅਲ ਹੁੰਦਾ ਹੈ। ਇਹ ਇੰਟੀਗਰਲ ਕਨਵਰਜਿੰਗ ਨਹੀਂ ਹੋ ਰਿਹਾ ਹੈ ਅਤੇ ਇੱਥੇ ਸਥਿਤੀ ਪੇਸ਼ ਆਉਂਦੀ ਹੈ ਜਦੋਂ ਐਪਸੀਲੋਨ goes to 0 ਤਾਂ p 1 ਤੋਂ ਵੱਡਾ ਹੈ ਤਾਂ ਇਹ ਇੱਥੇ ਇਨਫਿਨਿਟੀ ਬਣ ਜਾਵੇਗਾ। ਜੇ p 1 ਤੋਂ ਵੱਡਾ ਹੈ ਤਾਂ ਇਹ ਇਨਫਿਨਿਟੀ ਹੋ ਜਾਵੇਗਾ ਅਤੇ ਇੱਥੇ ਵੀ p 1 ਤੋਂ ਵੱਡਾ ਹੈ। ਇਸ ਲਈ ਇਹ ਵੀ ਮਾਈਨਸ ਹੈ, ਇਹ ਮਾਈਨਸ ਹੈ, ਇਸ ਲਈ ਇਹ ਇੰਟੀਗਰਲ ਪਲੱਸ ਇਨਫਿਨਿਟੀ ਵਿੱਚ ਕਨਵਰਜਿੰਗ ਹੈ। ਅਤੇ ਜਦੋਂ p 1 ਤੋਂ ਘੱਟ ਹੁੰਦਾ ਹੈ ਤਾਂ ਇਹ ਐਪਸੀਲੋਨ ਨਿਊਮਰੇਟਰ ਵਿੱਚ ਜਾਏਗਾ ਅਤੇ ਜਦੋਂ ਐਪਸੀਲੋਨ goes to ਤਾਂ ਇਹ cos go to 0 ਤਾਂ ਉਸ ਕੇਸ ਵਿੱਚ ਇਹ ਇੰਟੀਗਰਲ ਐਗਜ਼ਿਸਟ ਕਰੇਗਾ। ਇਸ ਲਈ ਸਾਡੇ ਕੋਲ ਸਥਿਤੀ ਹੈ ਜਦੋਂ p ਉਸ ਕੇਸ ਵਿੱਚ 1 ਤੋਂ ਵੱਡਾ ਜਾਂ ਇਸ ਦੇ ਇਕੁਅਲ ਹੁੰਦਾ ਹੈ ਤਾਂ ਇਹ ਇੰਟੀਗਰਲ ਇਸ ਡਾਇਵਰਜ ਵਿੱਚ ਕਨਵਰਜ ਨਹੀਂ ਹੁੰਦਾ ਹੈ। ਪਲੱਸ ਇਨਫਿਨਿਟੀ ਵਿੱਚ ਜਾਣ ਵਾਲੀ ਵੈਲਿਊ ਅਤੇ ਜਦੋਂ ਇਹ p ਉਸ ਕੇਸ ਵਿੱਚ 1 ਤੋਂ ਘੱਟ ਹੁੰਦਾ ਹੈ ਤਾਂ ਸਾਡੇ ਕੋਲ ਇਸ ਇੰਟੀਗਰਲ ਦੀ ਵੈਲਿਊ ਫਾਈਨਾਈਟ ਵੈਲਿਊ ਹੁੰਦੀ ਹੈ ਜੋ 1/1 - p ਅਤੇ 1/b - a ਪਾਵਰ ਦੁਆਰਾ ਦਿੱਤੀ ਜਾਂਦੀ ਹੈ ਤਾਂ ਫਿਰ ਦੁਬਾਰਾ ਇੰਟੀਗਰਲ ਟੈਸਟ ਇੰਟੀਗਰਲ ਦੇ ਤੌਰ ਤੇ ਵਰਤਿਆ ਜਾਏਗਾ। ਅੱਗੇ ਦੇ ਲੈਕਚਰਾਂ ਵਿੱਚ ਅਤੇ ਅਸੀਂ ਇਸ ਨਤੀਜੇ ਦੀ ਵਰਤੋਂ ਕਰਾਂਗੇ ਕਿ p 1 ਦੇ ਇਕੁਅਲ ਤੋਂ ਵੱਡਾ ਹੈ, ਇਹ ਇਨਫਿਨਿਟੀ ਹੈ ਅਤੇ ਇਹ ਇੰਟੀਗਰਲ ਕਨਵਰਜ ਹੈ ਜਦੋਂ p ਘੱਟ ਹੁੰਦਾ ਹੈ 1 ਤੋਂ। ਤਾਂ ਫਿਰ ਅੱਜ ਅਸੀਂ ਇਸ ਕਾਈਂਡ ਦੇ ਇੰਪ੍ਰੋਪਰ ਇੰਟੀਗਰਲ ਬਾਰੇ ਚਰਚਾ ਕੀਤੀ ਹੈ ਅਤੇ ਦੋ ਸੰਭਾਵਨਾਵਾਂ ਸਨ ਕਿ ਇਹ p ਇਨਫਿਨਿਟੀ b ਹੈ ਅਤੇ ਜਾਂ ਪਲੱਸ ਇਨਫਿਨਿਟੀ ਅਤੇ f(x) ਬਾਉਂਡਡ ਹੈ। ਇਹ ਫਸਟ ਕਾਈਂਡ ਆਫ ਇੰਟੀਗਰਲ ਸੀ। ਅਸੀਂ ਇਹ ਵੀ ਵੇਖਿਆ ਹੈ ਕਿ ਇੱਕ ਅਜਿਹੀ ਸਥਿਤੀ ਹੋ ਸਕਦੀ ਹੈ ਕਿ ਇਸ ਇੰਟੀਗਰਲ ਵਿੱਚ ਇੱਕ ਜਾਂ ਵਧੇਰੇ ਪੁਆਇੰਟਸ ਤੇ f(x) ਅਨਬਾਉਂਡਡ ਹੈ a ਤੋਂ b, a x ਦੇ ਇਕੁਅਲ ਤੋਂ ਘੱਟ ਅਤੇ b ਦੇ ਇਕੁਅਲ ਤੋਂ ਘੱਟ ਹੈ। ਇਸ ਲਈ ਉਸ ਕੇਸ ਵਿੱਚ ਵੀ ਇਹ ਇੰਪ੍ਰੋਪਰ ਇੰਟੀਗਰਲ ਆਫ ਸੈਕਿੰਡ ਕਾਈਂਡ ਹੈ ਅਤੇ ਅਸੀਂ ਇਹ ਵੀ ਵੇਖਿਆ ਹੈ ਕਿ ਅਸਲ ਵਿੱਚ ਉਸ ਲਿਮਿਟ ਦੀ ਵਰਤੋਂ ਕਰਦਿਆਂ ਉਹਨਾਂ ਇੰਟੀਗਰਲ ਦਾ ਮੁਲਾਂਕਣ ਕਿਵੇਂ ਕਰਨਾ। ਇਸ ਲਈ ਜੇ ਇਹ ਫਸਟ ਕਾਈਂਡ ਇਸ ਤੋਂ ਇਨਫਿਨਿਟੀ ਭਾਵੇਂ ਇਹ ਲੋਅਰ ਰੇਂਜ ਵਿੱਚ ਹੋਵੇ ਜਾਂ ਉੱਪਰਲੀ ਵਿੱਚ ਅਸੀਂ ਇੱਕ ਫਾਈਨਾਈਟ ਨੰਬਰ r ਨਾਲ ਬਦਲੀਏ ਅਤੇ ਫਿਰ ਅਸੀਂ ਇੰਟੀਗਰਲ ਦਾ ਮੁਲਾਂਕਣ ਕਰਾਂਗੇ। ਬਾਅਦ ਵਿੱਚ ਅਸੀਂ ਲਿਮਿਟ ਨੂੰ r ਦੇ ਰੂਪ ਵਿੱਚ ਇਨਫਿਨਿਟੀ ਤੱਕ ਲੈ ਕੇ ਜਾਵਾਂਗੇ। ਦੂਜੇ ਕੇਸ ਵਿੱਚ ਉਸ ਪੁਆਇੰਟ ਤੇ ਜਿੱਥੇ ਫੰਕਸ਼ਨ ਅਨਬਾਉਂਡਡ ਹੈ ਸਾਨੂੰ ਇੱਕ ਛੋਟੀ ਜਿਹੀ ਨੰਬਰ ਦੇ ਐਪਸੀਲੋਨ ਨੂੰ ਪੇਸ਼ ਕਰਨ ਤੋਂ ਅਵੋਇਡ ਹੋਣਾ ਚਾਹੀਦਾ ਹੈ ਜੋ ਬਾਅਦ ਵਿੱਚ 0 ਤੇ ਚਲਾ ਜਾਏਗਾ। ਲਿਮਿਟਿੰਗ ਸਿਨੈਰੀਓ ਵਿੱਚ 0 ਹੋ ਜਾਵੇਗਾ ਤਾਂ ਜੋ ਅਸੀਂ ਉਹਨਾਂ ਇੰਟੀਗਰਲ ਦਾ ਮੁਲਾਂਕਣ ਕਰ ਸਕੀਏ। ਪਰ ਅਗਲੇ ਲੈਕਚਰ ਵਿੱਚ ਅਸੀਂ ਵੇਖਾਂਗੇ ਕਿ ਮੁਲਾਂਕਣ ਕੀਤੇ ਬਗੈਰ ਕਿਵੇਂ ਲੱਭਣਾ ਹੈ ਕਿ ਇੰਟੀਗਰਲ ਕਨਵਰਜ ਹੁੰਦਾ ਹੈ ਜਾਂ ਨਹੀਂ, ਇਹ ਡਾਇਵਰਜ ਹੋ ਜਾਂਦਾ ਹੈ। ਤਾਂ ਫਿਰ ਇਹ ਉਹ ਰੈਫਰੈਂਸ ਹਨ ਜੋ ਅਸੀਂ ਇਹਨਾਂ ਲੈਕਚਰ ਨੂੰ ਤਿਆਰ ਕਰਨ ਲਈ ਵਰਤੇ ਹਨ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ।